ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਜਲੰਧਰ ਦੇ ਪਿੰਡ ਖੁਰਲਾ ਕਿੰਗਰਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਥੋਂ ਇੱਕ ਲਾਪਤਾ 13 ਸਾਲਾ ਬੱਚੇ ਦੀ ਲਾਸ਼ ਟੋਏ ਵਿੱਚੋਂ ਬਰਾਮਦ ਕੀਤੀ ਗਈ। ਬੱਚੇ ਦੀ ਪਹਿਚਾਣ ਧਰਮਪਾਲ ਧੰਨਾ ਦੇ ਰੂਪ ਵਿੱਚ ਹੋਈ ਹੈ, ਜਦੋਂ ਕਿ 7 ਜਨਵਰੀ ਤੋਂ ਇਹ ਬੱਚਾ ਲਾਪਤਾ ਸੀ। ਬੱਚੇ ਦੇ ਮਾਮੇ ਦੇ ਬਿਆਨਾਂ ਦੇ ਆਧਾਰ ਤੇ ਥਾਣਾ ਨੰਬਰ 7 ਦੀ ਪੁਲਿਸ ਨੇ ਅਗਵਾ ਹੋਣ ਦੀ FIR ਦਰਜ ਕੀਤੀ ਸੀ। ਮਾਮੇ ਵੱਲੋਂ ਸ਼ੱਕ ਜਤਾਇਆ ਗਿਆ ਸੀ ਕਿ ਇਲਾਕੇ ਦੇ ਇੱਕ ਵਿਅਕਤੀ ਵੱਲੋਂ ਬੱਚੇ ਨੂੰ ਅਗਵਾ ਕੀਤਾ ਗਿਆ ਤੇ ਉਕਤ ਵਿਅਕਤੀ ਕਾਲਾ ਇਲਮ ਵੀ ਜਾਣਦਾ ਹੈ। ਹੁਣ ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਖੁਰਲਾ ਕਿੰਗਰਾ ਦੇ ਬਾਹਰ ਧਰਨਾ ਲਗਾ ਦਿੱਤਾ। ਪਿੱਛੇ 7 ਤਰੀਕ ਦਿਨ ਸ਼ੁੱਕਰਵਾਰ ਤੋਂ ਬੱਚਾ ਗੁੰਮ ਹੋਇਆ ਸੀਗਾ ਤੇ ਅਸੀਂ ਕਾਫੀ ਕੋਸ਼ਿਸ਼ ਕੀਤੀ ਤੇ ਲੱਭਣ ਦੀ ਸਾਰੇ ਪਿੰਡ ਵਿੱਚ ਪਲਾਟਾਂ ਬਣਾਈ ਤੇ ਅਸੀਂ ਆਏ ਆ, ਪਰ ਅੱਜ ਇਹਦੀ ਡੈਡ ਬੋਡੀ ਇੱਥੇ ਪਾਣੀ ਦੇ ਵਿੱਚੋਂ ਮਿਲੀ ਹੈ ਜੀ। ਅਸੀਂ ਬਾਹਰ ਸੀ PFC, ਸਾਨੂੰ ਤਾਂ ਪਤਾ ਲੱਗਾ ਸੀ ਹੁਣ ਹੀ ਇੱਥੇ ਆਏ ਹੈਗੇ ਆ। ਸਾਡੇ ਆਉਣ ਤੋਂ ਪਹਿਲਾਂ ਡੈਡ ਬੋਡੀ ਲੈ ਗਏ ਸੀਗੇ। ਇਹ ਕੀ ਕਾਰਨ ਹੈ ਖੇਤਾਂ 'ਚ ਤਾਂ ਮਿਲੀ ਹੈ? ਪਤਾ ਨਹੀਂ ਬੱਚੇ ਕਿਤੇ ਖੇਡਦੇ ਉਧਰ ਕਿੱਧਰ ਆ ਗਏ, ਪਤਾ ਨਹੀਂ ਸਮਝ ਨਹੀਂ ਆਈ ਹੈਗੀ। ਕੈਮਰੇ 'ਚ ਦੇਖਿਆ ਕਿ 2 ਬੱਚੇ ਦਿਸ ਰਹੇ ਸੀਗੇ, ਪਰ ਤੀਜਾ ਪਤਾ ਨਜ਼ਰ ਨਹੀਂ ਆ ਰਿਹਾ ਕਿੱਧਰ ਗਿਆ ਹੈ। ਤੇ ਬੱਚੇ ਕਈ ਦਿਨ ਤੋਂ ਗੁੰਮ ਆਏ ਸੀ, ਇਹਨਾਂ ਨੇ FIR ਕਰਾਈ ਸੀ ਪੁਲਿਸ ਨੂੰ? ਹਾਂਜੀ FIR ਕਰਾਈ, ਰੋਜ਼ ਪੁਲਿਸ ਵੀ ਆ ਰਹੀ ਸੀਗੀ, ਤਫਤੀਸ਼ ਕਰ ਰਹੀ ਔਰ ਕੈਮਰੇ ਚੈੱਕ ਕਰਦੇ ਸੀਗੇ, ਪਰ ਕੁਛ ਰਾਹ ਨਹੀਂ ਲੱਗਾ ਸੀ। ਕਿਉਂ ਬੱਚੇ ਡੈਥ ਹੋ ਚੁੱਕੀ ਪੂਰਾ? ਹਾਂਜੀ ਬੱਚੇ ਡੈਥ ਹੋ ਚੁੱਕੀ ਹੈ। ਅੱਜ ਬੰਦੀ ਡੈਥ ਹੋ ਚੁੱਕੀ ਬੱਚੇ ਦੀ, ਕਾਫੀ ਦਿਨ ਹੋ ਗਏ, 10 ਦਿਨ ਹੋ ਗਏ। ਇਹਨਾਂ ਦੇ ਜਿਹੜੇ ਰਹਿੰਦੇ ਮਾਮਾ ਜੀ ਸਾਡੇ ਨਾਲ ਹੁੰਦੇ ਸੀਗੇ, ਉਹਦੇ ਵੀ ਵਿੱਚ ਜਿਹੜਾ ਹੈਗਾ ਬੱਚਾ ਖੇਡਣ ਜਾਂਦਾ ਆਪਣੇ ਜਿਹੜੇ ਫਰੈਂਡਸ ਨੇ ਸ਼ਾਲੂ ਵਗੈਰਾ ਨਾਲ, ਕਿਉਂਕਿ ਬਰਸਾਤ ਦੇ ਦਿਨ ਸੀਗੇ, ਇਹ ਪਤੰਗ ਲੁੱਟਣ ਗਏ ਸੀਗੇ ਬੇਸਿਕਲੀ। ਉਹ ਇਸ ਦੌਰਾਨ ਇੱਥੇ ਜਿਹੜਾ ਹੈਗਾ ਪੈਟਰੋਲ ਪੰਪ ਦੇ ਨਾਲ ਹੀ ਖੇਤ ਹੈਗੇ ਨੇ, ਉੱਥੇ ਇੱਕ ਖੱਡਾ ਹੋਇਆ ਉਹਦੇ ਵਿੱਚ ਜਿਹੜਾ ਹੈਗਾ ਉਹ ਬੱਚਾ ਡਿੱਗ ਜਾਂਦਾ, ਜੋ ਹੁਣ ਤੱਕ ਹੀ ਸਾਡੀ ਤਫਤੀਸ਼ 'ਚ ਆਇਆ। ਕਿਉਂਕਿ ਅਸੀਂ CCTV ਸਾਰੇ ਵੈਰੀਫਾਈ ਕੀਤੇ ਹੈ, ਕਿਤੇ ਵੀ ਇੱਦਾਂ ਦੀ ਕੋਈ ਗੱਲ ਨਹੀਂ ਆਉਂਦੀ ਕਿ ਉਸ ਬੱਚੇ ਨੂੰ ਕੋਈ ਵਰਗਲਾ ਕੇ ਲੈ ਜਾਂਦਾ। ਉਹਦੇ ਨਾਲ ਜਿਹੜੇ ਉਹਦੇ ਦੋਸਤ ਹੈਗੇ ਆ ਛੋਟੇ ਹੋਰ, ਉਹ ਹੁੰਦੇ ਹੈਗੇ। ਸਰ ਜਿਹੜਾ ਸੇਵਾ ਜਿਸ ਦਾ ਨਾਮ ਲਿੱਤਾ ਜਾ ਰਿਹਾ, ਜਿਸ ਦਾ ਬੱਚਾ ਕਰਨ ਦੱਸਿਆ ਜਾ ਰਿਹਾ ਸੀ, ਉਹ ਲੈ ਕੇ ਗਿਆ ਸੀ ਅਤੇ ਉਸਦੇ ਫਾਦਰ ਵੱਲੋਂ ਜਿਹੜਾ ਗੁੰਮਰਾਹ ਕੀਤਾ ਗਿਆ ਉਸ ਬੱਚੇ ਨੂੰ ਜਾਂ ਲਿਜਾਇਆ ਗਿਆ, ਉਸ ਦੇ ਉੱਪਰ ਕਿਉਂ ਨਹੀਂ ਕਾਰਵਾਈ ਕੀਤੀ ਗਈ? ਪਰਿਵਾਰ ਵੱਲੋਂ ਬਕਾਇਦਾ ਉਸ ਦਾ ਨਾਮ ਲਿਖਵਾਇਆ ਗਿਆ ਸੀ। ਇੱਦਾਂ ਦਾ ਕੁਝ ਜਿਹੜਾ ਹੈਗਾ ਹੈ ਪਰਚਾ ਦਰਜ ਕਰਨ ਤੋਂ ਬਾਅਦ ਜਿਹੜੀ ਹੈ ਇਨਵੈਸਟੀਗੇਸ਼ਨ ਅਮਲ 'ਚ ਲਿਆਂਦੀ ਗਈ ਹੈ। ਉਹਦੇ ਵਿੱਚ ਜਿਹੜੇ ਹੈ ਨੀਅਰ ਬਾਏ ਜਿਹੜੇ ਹੈ ਸਾਰੇ CCTV ਫਰੋਲੇ ਗਏ ਹੈਗੇ ਨੇ। ਉਹਦੇ ਵਿੱਚ ਉਹ ਬੱਚਾ ਖੇਡਣ ਹੀ ਗਿਆ ਹੈ ਤੇ ਉਹ ਜਿਹੜੇ ਛੋਟੇ ਬੱਚੇ ਨਾਲ ਉਹਨਾਂ ਦੇ ਨਾਲ ਹੀ ਜਾਂਦਾ ਹੈ। ਸਰ ਮਤਲਬ ਇਹ 10 ਦਿਨ ਤੋਂ ਜਿਹੜਾ ਉਸ ਟੋਏ ਦੇ ਵਿੱਚ ਹੀ ਰਿਹਾ। ਸਾਡੇ ਕੋਲ ਇਹ 8 ਤਰੀਕ ਨੂੰ ਆਏ ਹੈ, ਅਸੀਂ ਇਮੀਡੀਏਟਲੀ ਪਰਚਾ ਲੌਂਚ ਕਰਤਾ। ਨਹੀਂ ਸਰ, ਜਿਹੜਾ ਬੱਚਾ ਸੀਗਾ ਜਿਹੜਾ ਉਸ ਟੋਏ ਦੇ ਵਿੱਚੋਂ ਅੱਜ ਮਿਲਿਆ, ਪੋਸਟਮਾਰਟਮ ਦਾ ਚੱਲ ਰਿਹਾ ਹੈ, ਪਤਾ ਲੱਗਾ ਸਰ ਕਿੰਨੀ ਦੇਰ ਤੋਂ ਗਿਰਿਆ? ਪੋਸਟਮਾਰਟਮ 'ਚ ਸਾਰਾ ਕਲੀਅਰ ਹੋ ਜਾਏਗਾ। ਜੀ ਸਰ। ਸਰ ਡੈਡ ਬੋਡੀ ਦੀ ਕੰਡੀਸ਼ਨ ਕਿੱਦਾਂ ਦੀ ਸੀਗੀ ਜਿਸ ਟਾਈਮ ਕੱਢੀ ਗਈ? ਬ੍ਰਦਰ ਕਿਉਂਕਿ ਉਹ ਪਾਣੀ ਹੈ, ਸਰਦੀ ਹੈਗਾ, ਡੈਡ ਬੋਡੀ ਮਤਲਬ ਇੰਨੀ ਠੀਕ ਹੈ ਗਲੀ ਜੀ। ਪੰਜਾਬ ਕਾਂਗਰਸ ਦੇ ਟਿਕਟ ਫਾਰਮੂਲਾ ਨੂੰ ਲੈ ਕੇ ਸੁਲਤਾਨਪੁਰ ਲੋਧੀ ਵਿੱਚ ਪਾਰਟੀ ਦੀ ਕਾਟੋ ਕਲੇਸ਼ ਖਤਮ ਨਹੀਂ ਹੋ ਰਹੀ। ਕਾਂਗਰਸ ਲਈ ਸੁਲਤਾਨਪੁਰ ਲੋਧੀ ਵੀ ਬਣਾਇਆ ਮਾਮਲਾ ਪਾਰਟੀ ਲਈ ਇੱਕ ਅਕਸ ਦਾ ਸਵਾਲ ਬਣ ਗਿਆ। ਇੱਕ ਪਾਸੇ ਸੁਲਤਾਨਪੁਰ ਲੋਧੀ ਮੌਜੂਦਾ ਵਿਧਾਇਕ ਨਵਤੇਜ ਚੀਮਾ ਜੋ ਕਿ ਪਾਰਟੀ ਦੇ ਅਧਿਕਾਰਤ ਉਮੀਦਵਾਰ ਹਨ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਉਹਨਾਂ ਦੇ ਸੁਪੁੱਤਰ ਰਾਣਾ ਇੰਦਰ ਪ੍ਰਤਾਪ ਹਨ, ਜੋ ਕਿ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਦੀ ਟਿਕਟ ਖੁੱਜਣ ਤੋਂ ਬਾਅਦ ਆਪਣੇ ਆਪ ਨੂੰ ਆਜ਼ਾਦ ਉਮੀਦਵਾਰ ਦੱਸ ਰਹੇ ਹਨ ਤੇ ਦੂਜੇ ਪਾਸੇ ਉਹਨਾਂ ਦੇ ਪਿਤਾ ਰਾਣਾ ਗੁਰਜੀਤ ਸਿੰਘ ਡਟ ਕੇ ਪਾਰਟੀ ਹਾਈ ਕਮਾਂਡ ਦੇ ਖਿਲਾਫ ਵੀ ਬੋਲ ਰਹੇ ਹਨ। ਪਹਿਲੇ ਦਿਨ ਤੋਂ ਕਿਹਾ ਸੀ ਕਿ ਇਲੈਕਸ਼ਨ ਲੜਨੀ ਆ ਤੇ ਚਾਹੇ ਟਿਕਟ ਤੇ ਚਾਹੇ ਆਜ਼ਾਦ, ਤੇ ਟਿਕਟ ਦਾ ਫੈਸਲਾ ਕਾਂਗਰਸ ਪਾਰਟੀ ਨੇ ਕਰਤਾ ਤੇ ਹੁਣ ਮੈਂ ਸੁਲਤਾਨਪੁਰ ਦੇ ਲੋਕਾਂ ਨਾਲ ਖੜਾ ਤੇ ਇਲੈਕਸ਼ਨ ਲੜਨੀ ਆ। ਜਿਹੜੀ ਇਲੈਕਸ਼ਨ ਤੁਸੀਂ ਲੜਨ ਜਾ ਰਹੇ ਹੋ, ਕੈਪਟਨ ਦੀ ਪਾਰਟੀ ਵੱਲੋਂ ਵੀ ਹੋ ਸਕਦਾ ਜਾਂ ਆਜ਼ਾਦ ਹੀ ਲੜਦੀ? ਸਿਰਫ ਤੇ ਸਿਰਫ ਆਜ਼ਾਦ, ਕਿਸੇ ਪਾਰਟੀ ਵੱਲੋਂ ਨਹੀਂ। ਸੁਲਤਾਨਪੁਰ ਦੇ ਲੋਕ ਮੇਰੀ ਪਾਰਟੀ ਨੇ। ਮੈਂ ਸਭ ਤੋਂ ਪਹਿਲਾਂ ਤੇ ਗੁਰੂ ਨਾਨਕ ਸਾਹਿਬ ਦਾ, ਗੁਰੂ ਸਾਹਿਬ ਦਾ, ਪਰਮਾਤਮਾ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਕਿਰਪਾ ਕੀਤੀ, ਔਰ ਦੂਸਰਾ ਹਾਈ ਕਮਾਂਡ ਦਾ, ਸਾਡੀ ਦਾ, ਕਾਂਗਰਸ ਪਾਰਟੀ ਦਾ, ਸਾਰਿਆਂ ਦਾ ਹੀ ਜਿਨ੍ਹਾਂ ਨੇ ਇਸ ਕਾਬਲ ਸਮਝਿਆ, ਭਰੋਸਾ ਜਤਾਇਆ ਔਰ ਮੈਨੂੰ ਉਮੀਦਵਾਰ ਬਣਾਇਆ। ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਔਰ ਉਹਨਾਂ ਦੇ ਕੁਛ ਦੇਖ ਕੇ ਵੀ ਜਿਹੜਾ ਇਹ ਭਰੋਸਾ ਜਤਾਇਆ, ਤੇ ਮੈਂ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰੂਗਾ ਔਰ ਇਹ ਸੀਟ ਜਿੱਤ ਕੇ ਕਾਂਗਰਸ ਪਾਰਟੀ ਝੋਲੀ ਪਾਵਾਂਗਾ। ਕਿਹੜੇ ਮੁੱਦੇ ਲੈ ਕੇ ਹੁਣ ਤੁਸੀਂ ਲੋਕਾਂ ਵਿੱਚ ਜਾਓਗੇ? ਕੀ ਲੋਕਾਂ ਨੂੰ ਤੁਸੀਂ ਮੁੱਦੇ ਲੋਕਾਂ ਨੂੰ ਪਤਾ ਹੀ ਹੈ, ਹਰ ਪਿੰਡ ਦੇ ਵਿੱਚ ਜਿਹੜਾ ਜਿੰਨਾ ਵਿਕਾਸ ਐਤਕੀ ਹੋਇਆ 5 ਸਾਲਾਂ ਦੇ ਵਿੱਚ, ਉਹ ਪਿੰਡੀ ਜਾ ਕੇ ਲੋਕਾਂ ਤੋਂ ਜਾ ਕੇ ਪਤਾ ਲੱਗਦਾ, ਘਰੋਂ ਘਰੀ ਜਾ ਕੇ ਪਤਾ ਲੱਗਦਾ ਵੀ ਕਿੰਨਾ ਜਿਹੜਾ ਲੋਕੀ ਉਸ ਚੀਜ਼ ਨੂੰ ਜਿਹੜਾ ਐਪਰੀਸ਼ੀਏਟ ਕਰ ਰਿਹਾ ਔਰ ਬੜਾ ਵਧੀਆ ਮਾਹੌਲ ਆ, ਬੜਾ ਵਧੀਆ ਜਿਹੜਾ ਪੰਜਾਬ ਦੇ ਵਿੱਚ ਹੀ ਦੁਬਾਰਾ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਆ ਔਰ ਇਹ ਵੀ ਸੀਟ ਜਿਹੜੀ ਆ ਉਹ ਵਿਕਾਸ ਦੇ ਮੁੱਦੇ ਤੇ ਹੀ ਜਿੱਤਾਂਗੇ। ਇੱਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਵੀ ਆਪਣੇ ਸੁਲਤਾਨਪੁਰ ਲੋਧੀ ਹਲਕੇ ਤੋਂ ਟਿਕਟ ਦੀ ਦਾਅਵੇਦਾਰੀ ਰੱਖੀ ਜਾ ਰਹੀ ਸੀ, ਪਰ ਟਿਕਟ ਜਿਹੜੀ ਹਾਈ ਕਮਾਂਡ ਨੇ ਤੁਹਾਨੂੰ ਦਿੱਤੀ ਹੈ ਤੇ ਹੁਣ ਤੁਹਾਡਾ ਜਿਹੜਾ ਆਪਣੇ ਆਪ ਦਾ ਤੁਸੀਂ ਮੁਕਾਬਲਾ ਰਾਣਾ ਇੰਦਰ ਪ੍ਰਤਾਪ ਦੇ ਨਾਲ ਸਮਝਦੇ ਹੋ, ਕਿਉਂਕਿ ਅੱਜ ਉਹਨਾਂ ਨੇ ਆਪਣਾ ਆਜ਼ਾਦ ਕੈਂਡੀਡੇਟ ਵੱਲੋਂ
ਚੋਣ ਲੜਨ ਦਾ ਐਲਾਨ ਕਰ ਦਿੱਤਾ? ਪਹਿਲੀ ਗੱਲ ਤੇ ਟਿਕਟਾਂ ਕੋਈ ਖੇਡ ਨਹੀਂ, ਬੱਸ ਦੀਆਂ ਟਿਕਟਾਂ ਨਹੀਂ ਵੀ ਜਿਹੜਾ ਮਰਜ਼ੀ ਉੱਠ ਕੇ ਮੰਗ ਲਵੇ। ਕੋਈ ਕੁਛ ਕੰਮ ਕੀਤੇ ਹੋਣੇ ਚਾਹੀਦੇ। ਪਰਿਵਾਰ ਉਹ ਦੇਖਦੀ ਪਾਰਟੀ, ਵਰਕਰ ਦੇਖਦੀ ਪਾਰਟੀ। ਕੋਈ ਇਦਾਂ ਨਹੀਂ ਉੱਠ ਕੇ ਵੀ ਜੇ ਪੈਸਾ ਜ਼ਿਆਦਾ ਤੇ ਆਪਾਂ ਕਦੋਂ ਵੀ ਟਿਕਟ ਮੰਗ ਲਈਏ ਤੇ ਕਰ ਲਈਏ। ਇਹ ਤੇ ਲੋਕਾਂ ਨੂੰ ਪਤਾ, ਲੋਕਾਂ ਨੂੰ ਤੁਸੀਂ ਪੁੱਛੋ, ਲੋਕਾਂ ਨੂੰ ਸਾਰਾ ਕੁਝ ਲੋਕ ਦੱਸ ਦੇਣਗੇ। ਅੱਜ ਉੱਠ ਕੇ ਇਹ ਆਜ਼ਾਦ ਲੜਨ ਹੋਏ ਤੇ ਬੰਦੇ ਦੀ ਆਪਣੀ ਆਪਣੀ ਇੱਛਾ ਆ, ਔਰ ਇਹ ਉੱਠ ਕੇ 2 ਮਹੀਨਿਆਂ ਦੇ ਵਿੱਚ ਇੱਥੇ ਫਿਰ ਕੇ ਤੇ ਕਹਿ ਦੇਣਗੇ ਵੀ ਅਸੀਂ ਬੜੀ ਬਦਲਾਅ ਲਿਆਂਦਾ। ਇਹੋ ਇੰਦਰ ਪ੍ਰਤਾਪ ਆ 2004 ਦੇ ਵਿੱਚ ਇਲੈਕਸ਼ਨ ਲੜੀ ਐਮਪੀ ਦੀ, ਉਸ ਤੋਂ ਬਾਅਦ ਟੈਲੀਫੋਨ ਨੰਬਰ ਬੰਦ ਹੋ ਗਿਆ ਸੀ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਾ ਸਿਖਰਾਂ ਤੇ ਹੈ, ਉੱਥੇ ਹੀ ਵੋਟਰਾਂ ਵੱਲੋਂ ਵੀ ਰਾਜਨੀਤਿਕ ਪਾਰਟੀਆਂ ਦਾ ਵਿਰੋਧ ਕਰਨ ਦਾ ਸਿਲਸਿਲਾ ਜਾਰੀ ਹੈ। ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਮਕੌੜਾ ਪੱਤਣ ਰਾਵੀ ਦਰਿਆ ਤੋਂ ਪਾਰ ਵਸਦੇ 7 ਪਿੰਡਾਂ ਦੇ ਲੋਕਾਂ ਨੇ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ। ਰਾਵੀ ਦਰਿਆ ਤੋਂ ਪਾਰ ਵਸਦੇ 7 ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਮਕੌੜਾ ਪੱਤਣ ਰਾਵੀ ਦਰਿਆ ਤੇ ਪੱਕਾ ਪੁਲ ਨਾ ਬਣਨ ਕਰਕੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅੱਜ ਪੁਲ ਦੀ ਹਾਲਤ ਖਸਤਾ ਹੋਣ ਕਾਰਨ ਉਹਨਾਂ ਦੀ ਗੰਨੇ ਦੀ ਫਸਲ ਮਿੱਲਾਂ ਤੱਕ ਨਹੀਂ ਪਹੁੰਚ ਰਹੀ। ਪਹੁੰਚਾਉਣ ਵਿੱਚ ਮਦਦ ਕਰੋਗੇ। ਗੰਦੀਆਂ ਸਰਕਾਰਾਂ ਕਹਿਣ ਦਾ ਮਤਲਬ ਵੀ ਸਾਨੂੰ ਬੜੇ ਚਿਰ 70-75 ਸਾਲ ਯਾਦ ਹੋ ਗਿਆ ਦੇਸ਼। ਕਹਿਣ ਦਾ ਮਤਲਬ ਅਸੀਂ ਨਰਕ ਦੇ ਵਿੱਚ ਹੀ ਰਹੇ ਆ। ਠੀਕ ਹੈ, ਸਾਡੀ ਜ਼ਿੰਦਗੀ ਨਰਕ ਬਣਾਤੀ ਇਹ ਗੰਦੀਆਂ ਸਰਕਾਰਾਂ ਨੇ। ਇਹ ਪੁਲ ਦਿੱਤਾ ਸਾਨੂੰ, ਫੱਟਿਆਂ ਵਾਲਾ ਪੁਲ ਦਿੱਤਾ, ਤੀਏ ਚੌਥੇ ਦਿਨ ਟੁੱਟ ਜਾਂਦਾ ਏ। ਸਾਨੂੰ ਪੱਕੇ ਪੁਲ ਦੀ ਜ਼ਰੂਰਤ ਆ। ਠੀਕ ਹੈ, ਹੁਣ ਅਸੀਂ ਇਸ ਵਾਰ ਬਾਈਕਾਟ ਕਰਨਾ ਸੀ। ਸਿੱਧੀ ਗੱਲ, ਅਸੀਂ ਕਿਸੇ ਨੂੰ ਵੀ ਵੋਟ ਨਹੀਂ ਪਾਣੀ। ਸਾਡੀਆਂ ਫਸਲਾਂ ਖਰਾਬ ਹੋਣ ਡੀਆਂ, ਟਰੈਲੀਆਂ ਉਹ ਦੇਖੋ ਇੱਥੇ ਖਲੋਤੀਆਂ ਨੇ, ਉਧਰ ਵੱਖਰੇ ਟਰੈਲੀਆਂ ਖਲੋਤੀਆਂ ਨੇ, ਰਸਤੇ ਸਾਰੇ ਬੰਦ ਨੇ, ਪੁਲ ਟੁੱਟ ਗਿਆ। ਕਿੱਧਰ ਫਸਲਾਂ ਸਾਡੀਆਂ ਕਿੱਥੇ ਜਾਣਗੀਆਂ? ਵੋਟ ਨਹੀਂ, ਵੋਟ ਕਿਸੇ ਨੂੰ ਨਹੀਂ ਪਾਣੀ ਯਾਰ। ਕਿ ਅੱਧਾ ਹੀ ਸਾਡੀਆਂ ਕਣਕਾਂ ਦਾ ਵੀ ਇਹੋ ਹਾਲ ਹੁੰਦਾ। ਬੱਚੇ ਸਾਡੇ ਵਿਚਾਰੇ, ਪੁਲ ਟੁੱਟਾ ਰਹਿੰਦਾ, ਬੱਚੇ ਸਕੂਲ ਪੜ੍ਹ ਨਹੀਂ ਸਕਦੇ। ਆਉਣ ਵਾਲਾ ਭਵਿੱਖ ਬੱਚਿਆਂ ਦਾ ਬੇੜਾ ਗਰਕ ਹੋਣ ਡਿਆ, ਬੱਚਿਆਂ ਦਾ ਵੀ। ਅਸੀਂ ਬਹੁਤ ਕੋਈ ਤਾਂ ਹੁਣ ਕਹਿਣਾ ਨਹੀਂ ਚਾਹੁੰਦੇ। ਸਾਡਾ ਤਾਂ ਜਿਹੜਾ ਹੈਗਾ ਆ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੈ। ਪੱਕੇ ਪੁਲ ਦਾ ਜਿਹੜਾ ਸਾਡਾ ਮੇਨ ਮੁੱਦਾ ਤੇ ਇਹ ਤਾਂ ਸਰਕਾਰਾਂ ਕਰ ਨਹੀਂ ਰਹੀਆਂ। ਤੇ ਸਰਕਾਰਾਂ ਜੇ ਸਾਡਾ ਕੰਮ ਨਹੀਂ ਕਰ ਰਹੀਆਂ ਤੇ ਫਿਰ ਇੱਥੇ ਆਉਣ ਦਾ ਤਾਂ ਸਰਕਾਰਾਂ ਨੂੰ ਕੋਈ ਫਾਇਦਾ ਨਹੀਂ ਨਾ ਹੈਗਾ। ਤੇ ਫਿਰ ਇਸ ਕਰਕੇ ਅਸੀਂ ਤਾਂ ਇਸ ਵਾਰ ਪੂਰਾ ਮਨ ਬਣਾਇਆ ਵੀ ਅਸੀਂ ਬਾਈਕਾਟ ਕਰਾਂਗੇ। ਇਹ ਸਰਕਾਰਾਂ ਨੂੰ ਇੱਥੋਂ ਇਦਾਂ ਨਕਾਰ ਕੇ ਕੱਢਾਂਗੇ ਨਾ ਵੀ ਜਿੱਦਾਂ ਵੀ ਕਦੋਂ ਆਇਆ ਪਾਣੀ ਚੋਂ ਚੂਹਾ ਨਹੀਂ ਕੱਢ ਕੇ ਕੱਢੀਦਾ, ਇਦਾਂ ਇੱਥੋਂ ਕੁੱਟ ਕੇ ਕੱਢਾਂਗੇ ਇਹਨਾਂ ਨੂੰ ਇਹ ਤਾਂ ਵੜਨ ਨਹੀਂ ਦਿਆਂਗੇ ਇੱਥੇ। ਇੰਨਾ ਕੁ ਸਾਡਾ ਜਿਹੜਾ ਆ ਅਸੀਂ ਇੱਥੇ ਕਰਾਂਗੇ। ਨਹੀਂ ਵੋਟਾਂ ਜੀ ਬਿਲਕੁਲ ਬਾਈਕਾਟ, ਬਿਲਕੁਲ ਹੀ ਬਾਈਕਾਟ ਹੋਏਗਾ। ਸਾਰੀਆਂ ਪਾਰਟੀਆਂ ਦਾ, ਬਿਲਕੁਲ ਸੈਂਟਰ ਦਾ, ਪੰਜਾਬ ਸਰਕਾਰ ਦਾ, ਕੋਈ ਵੀ ਇੱਥੇ ਨੁਮਾਇੰਦਾ ਇੱਥੇ ਵੜਨ ਨਹੀਂ ਦਿਆਂਗੇ ਅਸੀਂ ਜੀ। ਮਨਾਉਣੇ ਤੇ ਮਨਾਉਣ ਦਾ ਕੀ ਫਾਇਦਾ ਜੀ? ਦੇਖੋ 5 ਸਾਲ ਤਾਂ ਇੱਥੇ ਕੋਈ ਵੜਿਆ ਨਹੀਂ, ਹੁਣ ਮਨਾਉਣ ਦਾ ਇੱਥੇ ਕੀ ਫਾਇਦਾ ਹੈ ਦੱਸੋ? ਮਨਾਉਣ ਦਾ ਤਾਂ ਫਾਇਦਾ ਹੁੰਦਾ ਤਾਂ ਜੇ ਵੋਟਾਂ ਤੋਂ ਪਹਿਲਾਂ ਆਉਂਦੇ ਤੇ ਚੋਣ ਜ਼ਾਬਤੇ ਤੋਂ ਪਹਿਲਾਂ ਆਉਂਦੇ ਤਾਂ ਆਣ ਕੇ ਉਹਨਾਂ ਨੂੰ ਅਸੀਂ ਆਪਣੇ ਦੱਸਦੇ ਵੀ ਸਾਡਾ ਇੱਥੇ ਆਣ ਕੇ ਕੰਮ ਕੀ ਕੀਤਾ ਜਾਂ ਨਹੀਂ ਕੀਤਾ, ਹਨਾ। ਸਾਨੂੰ ਪੁੱਛਦੇ 5 ਸਾਲ ਵਜ਼ੀਰ ਕਾਹਦੇ ਵਾਸਤੇ ਬਣਾਉਂਦੇ ਆ? ਇਸੇ ਚੀਜ਼ ਕਰਕੇ ਤਾਂ ਵਜ਼ੀਰ ਬਣਾਉਂਦੇ ਨਾ। ਪ੍ਰਜਾ ਦਾ ਉਹੀ ਹੁੰਦਾ ਨਾ ਵੀ ਸਾਰਿਆਂ ਦਾ ਖਿਆਲ ਰੱਖਣਾ। ਜਦੋਂ ਖਿਆਲ ਹੀ ਕੋਈ ਨਹੀਂ। ਹਾਂਜੀ, 5 ਸਾਲ ਤੋਂ ਤੁਸੀਂ 70 ਸਾਲ ਤੋਂ ਪਾ ਰਹੇ ਆ, 70 ਸਾਲ ਤੋਂ ਜਿੰਨੇ ਤੋਂ ਵੀ 5 ਸਾਲ ਤੋਂ ਪਾ ਰਹੇ ਹੋ। ਦੇਖੋ ਜੀ, ਮੈਂ ਦੇਖੋ ਪਹਿਲਾਂ ਮੇਰੀ ਗੱਲ ਸੁਣੋ। ਅਸੀਂ ਇਹੀ ਕਹਿ ਰਹੇ ਹਾਂ ਵੀ 1947 ਚ ਆਜ਼ਾਦ ਹੋਇਆ ਸੀਗਾ ਦੇਸ਼, ਆਜ਼ਾਦ ਹੋਇਆ ਸੀ। ਸਾਡਾ ਤਾਂ 22 ਚੱਲ ਪਿਆ, 2022 ਚੱਲ ਪਿਆ, ਅਸੀਂ ਫਿਰ ਵੀ ਗੁਲਾਮ ਆ। ਦੂਜੇ ਪਾਸੇ ਸਰਕਾਰ ਵੱਲੋਂ ਰਾਵੀ ਦਰਿਆ ਦੇ ਉੱਪਰ ਤੈਨਾਤ ਕੀਤੇ ਗਏ ਬੋਟਮੈਨ ਨੇ ਕਿਹਾ ਹੈ ਕਿ ਇਸ ਪੁਲ ਦੀ ਸਮਰੱਥਾ ਸਿਰਫ 5 ਟਨ ਲੋਡ ਚੱਲਣ ਦੀ ਹੈ, ਪਰ ਕਿਸਾਨ ਓਵਰਲੋਡ ਗੰਨਾ ਲੈ ਕੇ ਆ ਰਹੇ ਹਨ, ਜਿਸ ਕਰਕੇ ਇਹ ਪੁਲ ਟੁੱਟਿਆ ਰਹਿੰਦਾ ਹੈ। ਉਹਨਾਂ ਕਿਹਾ ਕਿ ਇਸ ਪੁਲ ਉੱਪਰ ਨਵੇਂ ਫੱਟੇ ਵੀ ਲਗਾਏ ਗਏ ਸਨ, ਪਰ ਕਿਸਾਨ 10-10 ਟਨ ਗੰਨਾ ਲੈ ਕੇ ਆ ਰਹੇ ਹਨ। ਉਹਨਾਂ ਕਿਹਾ ਹੈ ਕਿ ਜਿਨ੍ਹਾਂ ਨੇ ਪੁਲ ਦਾ ਨੁਕਸਾਨ ਕੀਤਾ ਹੈ ਉਸ ਖਿਲਾਫ ਮਾਮਲਾ ਦਰਜ ਕਰਵਾਉਣ ਲਈ ਵੀ ਉਹ ਜਾ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਕੋਲ ਹੁਣ ਨਵੇਂ ਫੱਟੇ ਨਹੀਂ ਹਨ ਅਤੇ ਪੁਰਾਣੇ ਫੱਟਿਆਂ ਨਾਲ ਪੁਲ ਦੀ ਰਿਪੇਅਰ ਕੀਤੀ ਜਾ ਰਹੀ ਹੈ। ਪੁਲ ਸਰ ਬੜਾ ਵਧੀਆ ਬਣਾਇਆ ਜੀ। ਅਸੀਂ ਓਵਰਲੋਡ ਕਰਕੇ ਇਹਦਾ ਜਨਤਾ ਦੇ ਵਿੱਚ ਬੰਦੇ ਇਹੋ ਜਿਹੇ ਨੇ ਜੀ, ਓਵਰਲੋਡ ਕਰਕੇ ਸਰ ਤੋੜ ਦਿੱਤਾ ਜੀ। ਉਹ ਸਾਡੇ ਵਿੱਚ ਹੀ ਖੜੇ ਨੇ ਵਿੱਚ ਬੰਦਾ ਜਿਹਨਾਂ ਤੋੜਿਆ ਜੀ। ਹੁਣ ਅਸੀਂ ਐਫਆਈਆਰ ਦਰਜ ਕਰਵਾਉਣ ਲੱਗੇ ਜੀ। ਓਵਰਲੋਡ ਆਉਂਦਾ ਜੀ, ਦੇਖੋ ਸਾਹਮਣੇ ਤੁਹਾਡੇ ਡਾਲੀਆਂ, ਉਧਰ ਕੈਮਰਾ ਮਾਰੋ ਮਾੜਾ ਜਿਹਾ ਜੀ, ਉਹ ਸਾਈਡ ਕੈਮਰਾ ਮਾਰ ਕੇ ਦੇਖੋ ਜੀ। ਗੰਨਾ ਲੋਡ ਓਵਰਲੋਡ ਆ ਰਿਹਾ ਜੀ, ਫੱਟੇ ਟੁੱਟ ਜਾਂਦੇ ਜੀ। ਇਹਦੀ ਕੰਪੈਸਿਟੀ 5 ਟਨ ਹੈ, 10 ਟਨ ਤੱਕ ਲੋਡ ਆ ਰਿਹਾ ਜੀ। ਕੀ ਕਰੇਗਾ ਫੁੱਲ ਜੀ ਦੱਸੋ? ਫੱਟੇ ਨਹੀਂ ਹੈ ਜੀ ਹੁਣ ਸਾਡੇ ਕੋਲ, ਫੱਟੇ ਨਹੀਂ, ਕਿੱਥੋਂ ਬਦਲੀਏ? ਕਿੰਨੀ ਵਾਰੀ ਬਦਲੀਏ ਜੀ? ਬਹੁਤ ਵਾਰੀ ਬਦਲਿਆ ਸਰ। ਦੇਖੋ ਸਰ, ਬਦਲ ਤੇ ਫੱਟੇ ਮੁੜ ਕੇ ਤੋੜ ਦੇਣੇ ਆ ਜੀ। ਇਹਨਾਂ ਬੜੀ ਵਾਰੀ ਹੋਇਆ ਜੀ। ਇਹ ਰਾਤ ਨਜਾਇਜ਼ ਫਾਇਦਾ ਲੈਂਦੇ ਆ ਜੀ, ਜ਼ਿਆਦਾ ਲੋਡ ਆਉਂਦਾ ਰਾਤ ਸਰ। ਇਹ ਦੇਖੋ ਟਰਾਲੀਆਂ ਹੁਣ ਕੰਡੇ ਤੇ ਲੈ ਜਾਓ ਤੁਸੀਂ, ਜੇ 10 ਟਨ ਤੋਂ ਘੱਟ ਹੋ ਜਾਏਗਾ ਲੋਡ ਦੀ ਗੱਲ ਕਰਿਓ ਜੀ। 5 ਟਨ ਕੰਪੈਸਿਟੀ ਹੈ ਦੀ, ਕੀ ਕਰੇਗਾ ਫੁੱਲ ਜੀ? ਜੋ ਉਹਦੇ ਮਹਿਕਮੇ ਨੇ ਭੇਜਿਆ ਜੀ, ਕਈ ਵਾਰੀ ਭੇਜਿਆ ਲਿਖ ਕੇ ਭੇਜਿਆ। ਜਵਾਬ ਤੋਂ ਉੱਪਰ ਪਤਾ ਹੋਏਗਾ ਅਫਸਰਾਂ ਨੂੰ ਜੀ। ਨਹੀਂ ਮੈਨੂੰ ਨਹੀਂ ਪਤਾ ਜੀ, ਮੈਂ ਤਾਂ ਬੋਟਮੈਨ ਹਾਂ ਜੀ, ਬੋਟਮੈਨ।
ਚੋਣ ਜਾਬਤਾ ਲੱਗਣ ਤੋਂ ਬਾਅਦ ਪੁਲਿਸ ਤੇ ਸਿਵਲ ਪ੍ਰਸ਼ਾਸਨ ਲਾਅ ਆਰਡਰ ਨੂੰ ਸਖਤੀ ਨਾਲ ਵਰਤੋਂ ਕੀਤੀ ਜਾ ਰਹੀ ਹੈ, ਪਰੰਤੂ ਚੋਰਾਂ ਤੇ ਲੁਟੇਰਿਆਂ ਦੇ ਹੌਸਲੇ ਇਸ ਕਦਰ ਵੱਧ ਰਹੇ ਹਨ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦਾਬਾਵਾਲ ਕਲਾ ਵਿਖੇ ਬੀਤੀ ਦੇਰ ਰਾਤ ਜਦੋਂ ਇੱਕ ਪਰਿਵਾਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਣ ਗਿਆ ਤਾਂ ਘਰ 'ਚ ਮੌਜੂਦ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ ਕਰ ਸੋਨਾ ਅਤੇ ਨਕਦੀ ਲੈ ਕੇ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਉੱਥੇ ਦੋ ਅਣਪਛਾਤੇ ਵਿਅਕਤੀ ਸੀਸੀਟੀਵੀ ਕੈਮਰੇ ਵਿੱਚ ਘਰ ਦੇ ਬਾਹਰ ਭੱਜਦੇ ਹੋਏ ਨਜ਼ਰ ਆਏ। ਜਦੋਂ ਪਰਿਵਾਰ ਕਰੀਬ ਰਾਤ ਵਜੇ ਘਰ ਪਰਤੇ ਤਾਂ ਦੇਖਿਆ ਕਿ ਦਰਵਾਜ਼ੇ ਖੁੱਲੇ ਹੋਏ ਸਨ ਤੇ ਲਾਈਟਾਂ ਵੀ ਜਗ ਰਹੀਆਂ ਸਨ ਤੇ ਉਸ ਦੀ ਲਾਸ਼ ਖੂਨ ਨਾਲ ਲਥਪਥ ਉੱਥੋਂ ਮਿਲੀ। ਮੇਰੇ ਘਰ ਇਕੱਲੇ ਸੀ, ਦਾਬਾਵਾਲ ਉਹਨਾਂ ਦਾ ਪਿੰਡ ਵਾ ਤੇ ਉਹਨਾਂ ਦੇ ਨੂੰਹਾਂ ਉਹਨਾਂ ਦਾ ਬੇਟਾ ਉਹ ਗਏ ਸੀ ਦਰਬਾਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੇ ਜਦੋਂ 6 ਵਜੇ ਉਹ ਗਏ ਆ ਤੇ ਉਹ ਨਾ ਰਾਤੀ ਕੋਈ 12 ਵਜੇ 11:30 12 ਵਜੇ ਉਹ ਆਏ ਨੇ। ਉਹ ਜਦੋਂ ਆਣ ਕੇ ਉਹਨਾਂ ਨੇ ਅੰਦਰ ਵੇਖਿਆ ਤੇ ਮਾਮਾ ਜੀ ਮਤਲਬ ਬੈੱਡ ਤੇ ਪੁੱਠੇ ਲੰਮੇ ਪਏ ਆ, ਉਹਨਾਂ ਦੇ ਕਿਰਚਾਂ ਵੱਜੀਆਂ, ਜਿੱਦਾਂ ਦਿਲ ਤੇ ਕਿਰਚ ਵੱਜੀ, ਆਂਦਰਾਂ ਹੀ ਕੱਢਦੀਆਂ ਕਿਰਚ ਮਾਰ ਕੇ ਤੇ ਮੂੰਹ ਤੇ ਮਤਲਬ ਜਾਨੋਂ ਹੀ ਮਾਰਤਾ ਜਿੱਦਾਂ ਹੈ ਨਾ। ਫਿਰ ਉੱਥੇ ਦੇ ਸਰਪੰਚ ਨੂੰ ਬੁਲਾਇਆ, ਉੱਥੇ ਪੁਲਿਸ ਆਈ। ਹੁਣ ਪੁਲਿਸ ਆਪਣੀ ਇਨਕੁਆਇਰੀ ਕਰਦੀ ਪਈ ਹੈ ਵੀ ਬੜਾ ਹੀ ਮਤਲਬ ਬੁਰੀ ਤਰ੍ਹਾਂ ਨਾਲ ਮਤਲਬ ਮਾਰਿਆ ਵਾ। ਉਹਨਾਂ ਦਾ ਨਾਮ ਜਗਤਾਰ ਵਾ। ਘਰੋਂ ਉਹ ਕੋਈ 12-13 ਤੋਲੇ ਸੋਨਾ ਲੈ ਗਿਆ ਤੇ ਚਾਂਦੀ ਦਾ ਕੋਈ 5-6 ਤੋਲੇ ਚਾਂਦੀ ਹੋਣੀ ਹੈ, ਕੋਈ 10,000 ਦੀ ਨਕਦੀ ਹੋਣੀ ਹੈ। ਕੋਈ ਫੁਟੇਜ ਆਈ ਸਾਹਮਣੇ? ਫੁਟੇਜ ਉਹਦੀ ਉਹਨਾਂ ਦੋ ਬੰਦੇ ਆ ਤੇ ਕੈਮਰੇ ਦੇ ਵਿੱਚ ਉਹਨਾਂ ਦਾ ਫੇਸ ਨਹੀਂ ਲੱਭਦਾ, ਪਰ ਉਹ ਭੱਜੇ ਜਾ ਰਹੇ ਆ ਤੇ ਸੜਕ ਤੇ ਵੇਖਿਆ ਉੱਥੇ ਖੂਨ ਖਾਨ ਵੀ ਡੁੱਲਾ, ਉਹਨਾਂ ਨੂੰ ਵੀ ਸੱਟ ਲੱਗੀ ਏ। ਉਹ ਮਾਮੇ ਨਾਲ ਕਿਤੇ ਮਤਲਬ ਜਿੱਦਾਂ ਉਹ ਮਾਮੇ ਨੂੰ ਪਤਾ ਲੱਗ ਗਿਆ ਵੀ ਇਹ ਮਤਲਬ ਇੱਦਾਂ ਕੋਈ ਚੋਰੀ ਦੀ ਜਾਂ ਪਤਾ ਨਹੀਂ ਹੁਣ ਕਿਹੜੇ ਮਤਲਬ ਕੀ ਚੱਕਰ 'ਚ ਆਏ ਨੇ, ਪਰ ਉਹਨੇ ਮਾਮੇ ਨਾਲ ਹੱਥੋਂ ਪਾਈ ਹੋਏ ਆ, ਉਹਨਾਂ ਦੇ ਵੀ ਸੱਟ ਲੱਗੀ, ਉਹਨਾਂ ਦਾ ਖੂਨ ਦੂਰ ਸੜਕ ਤੱਕ ਡਿੱਗਦਾ ਹੀ ਗਿਆ ਵਾ। ਠੀਕ ਹੈ ਮੰਗਲ, ਕੱਲ੍ਹ ਰਾਤ ਦੀ ਗੱਲ ਹੈ ਕਿ ਜਗਤਾਰ ਸਿੰਘ ਹੀ ਨਾ, ਜਗਤਾਰ ਸਿੰਘ ਜੋ ਘਰ ਵਿੱਚ ਸੀ, ਬਾਕੀ ਪਰਿਵਾਰ ਇਹਦਾ ਮੱਥਾ ਟੇਕਣ ਦਰਬਾਰ ਸਾਹਿਬ ਗਏ ਸੀ। ਹੁਣ ਪਛਾਤਿਆਂ ਨੇ ਇਹਦੇ ਘਰ ਵਿੱਚ ਹਮਲਾ ਕਰਕੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਲੁੱਟ ਦਾ ਦੌਰਾਨ ਹੀ ਇੱਥੇ ਹਮਲਾ ਕੀਤਾ। ਇਹ ਬਜ਼ੁਰਗ ਹੀ ਬੰਦਾ ਅਤੇ ਨਹੀਂ ਉਹਨਾਂ ਲੜ ਸਕਿਆ ਅਤੇ ਉਹਨੂੰ ਮਾਰ ਕੇ ਅਤੇ ਘਰੋਂ ਕੋਈ ਨਕਦੀ ਕੋਈ ਸੋਨਾ ਲੁੱਟ ਕੇ ਤੇ ਲੈ ਗਏ ਆ। ਪੜਤਾਲ ਜਾਰੀ ਆ, CCTV ਕੈਮਰੇ ਦੀ ਫੁਟੇਜ ਦੇਖ ਰਹੇ ਆ, ਜਲਦ ਤੋਂ ਜਲਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਚੋਣ ਸਰਗਰਮੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਹਰ ਪਾਰਟੀ ਦਾ ਚੋਣ ਪ੍ਰਚਾਰ ਸਿਖਰਾਂ ਤੇ ਚੱਲ ਰਿਹਾ, ਉੱਥੇ ਹਲਕਾ ਭੁਲੱਥ ਬੀਬੀ ਜਗੀਰ ਕੌਰ ਦੇ ਹੱਕ ਵਿੱਚ ਉਹਨਾਂ ਦੀ ਬੇਟੀ ਰਜਨੀਤ ਕੌਰ ਮੈਂਬਰ ਜ਼ਿਲ੍ਹਾ ਪਰਿਸ਼ਦ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਉਤਰਨ ਦੀ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਵਾਅਦਿਆਂ ਦੇ ਖਰੀ ਉਤਰੇਗੀ ਤੇ ਪੰਜਾਬ ਦੇ ਲੋਕਾਂ ਨਾਲ ਵੀ ਕਿਹਾ ਉਸ ਨੂੰ ਅਕਾਲੀ ਦਲ ਆਪਣੇ ਵਾਅਦਿਆਂ ਤੇ ਵੀ ਖਰੀ ਉਤਰੇਗੀ ਅਤੇ ਪੰਜਾਬ ਦੇ ਲੋਕਾਂ ਨਾਲ ਜੀ ਕਿਹਾ ਉਸ ਨੂੰ ਪੂਰਾ ਕੀਤਾ ਜਾਵੇਗਾ। ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ ਕਿ ਅੱਜ ਆਪਾਂ ਸਾਰੇ ਜਿਹੜੇ ਹੈ ਪਿੰਡ ਮਕਸੂਦਪੁਰ ਵਿਖੇ ਇੱਥੋਂ ਅਸੀਂ ਚੋਣ ਪ੍ਰਚਾਰ ਸ਼ੁਰੂ ਕੀਤਾ ਔਰ ਜਿਹੜਾ ਹੁੰਗਾਰਾ ਸਾਨੂੰ ਮਿਲ ਰਿਹਾ ਇਸ ਪਿੰਡ 'ਚੋਂ, ਮੈਨੂੰ ਲੱਗਦਾ ਅਗਰ ਇਸੇ ਤਰ੍ਹਾਂ ਚੱਲਦਾ ਰਿਹਾ ਅੱਗੇ ਤੇ ਆਪਾਂ ਵੱਧ ਤੋਂ ਵੱਧ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕਰਾਂਗੇ ਔਰ ਜਿੰਨੀਆਂ ਲੋਕਾਂ ਦੀਆਂ ਮੁਸ਼ਕਲਾਂ ਹੈ ਉਹਨਾਂ ਨੂੰ ਹੱਲ ਕਰਨ ਦੀ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ। ਬੀਬੀ ਜੀ ਨੇ ਅੱਗੇ ਵੀ ਬਹੁਤ ਡਿਵੈਲਪਮੈਂਟ ਦੇ ਕਾਰਜ ਕੀਤੇ ਨੇ ਤੇ ਅਸੀਂ ਇਹੀ ਆਸ ਕਰਦੇ ਹਾਂ ਕਿ ਜੇ ਲੋਕਾਂ ਨੂੰ ਉਹ ਜਿਹੜੇ ਕਾਰਜ ਹੈ ਆਪਾਂ ਸਾਰੇ ਜਾਣੇ ਅਗਰ ਅਸੀਂ ਦੇਖੀਏ ਤੇ ਉਹ ਕਾਰਜਾਂ ਨੂੰ ਅਗਰ ਅਸੀਂ ਫੁੱਲ ਚਾੜੀਏ ਤੇ ਤਾਂ ਕਿ ਉਹਨਾਂ ਨੂੰ ਦੁਬਾਰਾ ਤੋਂ ਅਕਾਲੀ ਦਲ ਦੀ ਸਰਕਾਰ ਲਿਆ ਕੇ ਆਪਾਂ ਹੋਰ ਜ਼ਿਆਦਾ ਡਿਵੈਲਪਮੈਂਟ ਕਰੀਏ। ਬੀਬੀ ਜੀ ਨੇ ਬਹੁਤ ਕੁਝ ਸੋਚਿਆ ਹੋਇਆ ਆਪਣੇ ਹਲਕੇ ਦੀ ਡਿਵੈਲਪਮੈਂਟ ਵਾਸਤੇ, ਜਿੱਦਾਂ ਕਿ ਅਸੀਂ ਸੋਚਿਆ ਹੋਇਆ ਕਿ ਬੀਬੀ ਜੀ ਕਹਿੰਦੇ ਕਿ ਅਸੀਂ ਆਪਣੀ ਜਿਹੜੀ ਸਾਡੀ ਕਾਲੀ ਵਹੀਂ ਹੈ ਉਹਨੂੰ ਅਸੀਂ ਪੱਕੀ ਕਰਾਵਾਂਗੇ। ਸਭ ਤੋਂ ਜਿਹੜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਵਹੀਂ ਹੈ ਅਸੀਂ ਉਹਨੂੰ ਪਹਿਲੇ ਪੱਕੀ ਕਰਾਵਾਂਗੇ ਤੇ ਨਾਲ ਦੀ ਨਾਲ ਹਰ ਇੱਕ ਦੇਖੋ ਸਰਕਲ ਦੇ ਵਿੱਚ ਉਹਨਾਂ ਨੇ ਕਿਹਾ 5000 ਦੇ ਜਿਹੜੀ ਕੈਪੈਸਿਟੀ ਵਾਲੇ ਜਿਹੜੇ ਸਕੂਲ ਹੈ ਉਹ ਬਣਾਏ ਜਾਣਗੇ ਹਰ ਸਰਕਲ ਦੇ ਵਿੱਚ ਔਰ ਅਸੀਂ ਜਿੱਥੇ ਕਹਿ ਲਓ ਕਿ ਹਰ ਪਿੰਡ ਦੇ ਵਿੱਚ ਆਲਰੇਡੀ ਸੀਵਰੇਜ ਲਾਈਟਾਂ ਸਟਰੀਟ ਲਾਈਟਸ ਜਿਹੜੀਆਂ ਉਹ ਲਗਵਾਈਆਂ ਗਈਆਂ ਸੀ ਜਦੋਂ ਅਕਾਲੀ ਦਲ ਦੇ ਕਾਰਜ ਦੇ ਦੌਰਾਨ ਤੇ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਗ੍ਰਿਡਾਂ ਬੇਗੋਵਾਲ ਗ੍ਰਿਡ ਹੋ ਗਈ ਜਾਂ ਪਲੱਥ ਗ੍ਰਿਡ ਹੋ ਗਈ ਜਾਂ ਨਡਾਲਾ ਗ੍ਰਿਡ ਹੋ ਗਈ, ਜਿਹੜੀਆਂ ਸਾਡੀਆਂ ਗ੍ਰਿਡਾਂ ਹੈ ਬਿਜਲੀ ਦੀਆਂ ਉਹਨਾਂ ਨੂੰ 33 kV ਤੋਂ 66 kV ਉਹਨਾਂ ਨੇ ਕਰਾਇਆ, ਅਪਗ੍ਰੇਡ ਕਰਾਏ।
ਸਾਰੇ ਜਿੰਨੇ ਸਰਕਾਰੀ ਸਕੂਲ ਹੈ, ਜਿਹੜੇ ਪ੍ਰਾਇਮਰੀ ਸਕੂਲ ਸੀ ਉਹਨਾਂ ਨੂੰ ਸੈਕੰਡਰੀ ਸਕੂਲ 'ਚ ਅਪਗ੍ਰੇਡ ਕੀਤਾ, ਜਿਹੜੇ ਸੈਕੰਡਰੀ ਸਕੂਲ ਸੀ ਉਹਨਾਂ ਨੂੰ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਅਪਗ੍ਰੇਡ ਕੀਤਾ ਗਿਆ। ਤੇ ਜਿੱਥੇ ਨਾਲ ਦੀ ਨਾਲ ਜਿਹੜੀਆਂ ਹਰ ਪਿੰਡ ਦੇ ਸਰਪੰਚਾਂ ਨੂੰ ਬੁਲਾ ਕੇ ਉਹਨਾਂ ਨੇ ਉਹਨਾਂ ਦੀਆਂ ਜ਼ਰੂਰਤਾਂ ਪੁੱਛੀਆਂ ਕਿ ਪਿੰਡ 'ਚ ਕੀ ਡਿਵੈਲਪਮੈਂਟ ਦੀ ਲੋੜ ਹੈ, ਸਾਨੂੰ ਦੱਸੋ। ਅਸੀਂ ਉਹਦੇ ਲਈ ਫਿਰ ਬੀਬੀ ਜੀ ਨੇ ਉਹਨਾਂ ਨੂੰ ਗ੍ਰਾਂਟਾਂ ਮੁਹੱਈਆ ਕਰਵਾਈਆਂ ਤਾਂ ਕਿ ਪਿੰਡਾਂ 'ਚ ਡਿਵੈਲਪਮੈਂਟ ਹੋ ਸਕੇ। ਤੇ ਅੱਗੇ ਵੀ ਬੀਬੀ ਜੀ ਦੇ ਜਿੱਦਾਂ ਜੇ ਅਸੀਂ ਮਕਸੂਦਪੁਰ ਦੀ ਗੱਲ ਕਰਦੇ ਹਾਂ, ਇਸੇ ਪਿੰਡ ਦੇ ਵਿੱਚ ਉਹਨਾਂ ਨੇ ਮਕਸੂਦਪੁਰ ਦੇ ਵਿੱਚ ITI ਕਾਲਜ ਜਿਹੜਾ ਹੈ ਉਹ ਸਥਾਪਿਤ ਕੀਤਾ ਗਿਆ। ਠੀਕ ਹੈ। ਪਟਿਆਲਾ ਦੇ ਤਫਜ਼ਲਪੁਰਾ ਇਲਾਕੇ ਵਿੱਚ 70 ਸਾਲਾਂ ਦੀ ਮਹਿਲਾ ਦੀ ਦੇਰ ਰਾਤ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਦਾ ਨਾਮ ਸੁਰਜੀਤ ਕੌਰ ਹੈ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਿਹਾ ਹੈ ਕਿ ਲਾਸ਼ ਖੂਨ ਨਾਲ ਲਥਪਥ ਸੀ। ਕਾਤਿਲ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਘਰ ਦੇ ਅੰਦਰ ਚੋਰੀ ਵੀ ਹੋਈ ਹੈ ਤੇ ਚੋਰ ਕੈਸ਼ ਤੇ ਸੋਨਾ ਲੈ ਕੇ ਨਾਲ ਲੈ ਗਏ ਹਨ। ਮਹਿਲਾ ਨੂੰ ਘੜੀਸਿਆ ਵੀ ਗਿਆ ਹੈ ਜੋ ਕਿ ਪਟਿਆਲਾ ਦੇ ਤਫਜ਼ਲਪੁਰ ਦੀ ਰਹਿਣ ਵਾਲੀ ਹੈ। ਸਾਨੂੰ ਇੰਟੀਮੇਸ਼ਨ ਆਈ ਸੀਗੀ ਜੀ ਕਿ ਇੱਥੇ ਸੁਰਜੀਤ ਕੌਰ ਨੇ 70 ਈਅਰ ਓਲਡ ਲੇਡੀ ਨੇ, ਇਹ ਵਾਈਫ ਆਫ ਲੇਟ ਦਰਸ਼ਨ ਸਿੰਘ, ਇਹਨਾਂ ਦੀ ਡੈੱਡ ਬੋਡੀ ਕਹਿੰਦੇ ਸੀ ਘਰ ਦੇ ਵਿੱਚ ਪਈ ਹੈ। ਜੋ ਮੌਕਾ ਤੇ ਇਤਲਾਹ ਮਿਲੀ ਉਸ ਅਕੋਰਡਿੰਗਲੀ ਅਸੀਂ ਆ ਕੇ ਸਾਰਾ ਇੱਥੇ ਵੈਰੀਫਾਈ ਕਰ ਰਹੇ ਹਾਂ ਹਜੇ। ਤਾਂ ਉੱਥੇ ਉਹਨਾਂ ਦੀ ਖੂਨ ਦੇ ਵਿੱਚ ਲਥਪਥ ਲਾਸ਼ ਮਿਲੀ ਹੈ। ਤਾਂ ਉਸ ਤੋਂ ਅੱਗੇ ਜਿਹੜੀ ਹੈਗੀ ਸਾਰਾ ਜੋ ਹੈ ਉਹ ਵੈਰੀਫਾਈ ਕਰ ਰਹੇ ਹਾਂ। ਕੀ ਇਕੱਲੇ ਰਹਿੰਦੇ ਸੀ ਇੱਥੇ? ਨਹੀਂ ਜੀ, ਇਹ ਰਹਿੰਦੇ ਨੇ। ਇਹਨਾਂ ਦਾ ਬੇਟਾ ਜਿਹੜਾ ਹੈਗਾ ਉਹ ਰੋਡਵੇਜ਼ ਦੇ ਵਿੱਚ ਮੁਲਾਜ਼ਮ ਹੈ ਤੇ ਉਹਨਾਂ ਦੀ ਨੂੰਹ ਰਹਿੰਦੀ ਹੈ। ਇੱਕ ਨੂੰਹ ਰਹਿੰਦੀ ਹੈ, ਇੱਕ ਇਹ ਹੈ ਉੱਪਰ, ਇਹਨਾਂ ਕੁਝ ਕਿਰਾਏਦਾਰ ਵੀ ਉੱਪਰ ਹੈਗੇ ਨੇ, ਉਹ ਰਹਿੰਦੇ ਨੇ ਸਾਰੇ। ਸ਼ਰੀਰ ਦੇ ਕਿਹੜੇ ਹਿੱਸੇ 'ਚ ਸੱਟ ਵੱਜੀ ਉਹਨਾਂ ਦੇ? ਉਹ ਸਾਰਾ ਹਜੇ ਸਾਰਾ ਪ੍ਰੋਪਰ ਵੈਰੀਫਾਈ ਕੀਤਾ ਜਾ ਰਿਹਾ ਜੀ। ਸਿਰ ਦੇ ਉੱਤੇ ਵੀ ਸੱਟਾਂ ਹੈਗੀਆਂ ਨੇ ਤੇ ਫੇਸ ਤੇ ਵੀ ਹੈ ਸਾਰਾ। ਉਹ ਬਾਕੀ ਸਾਰਾ ਹਜੇ ਇਹ ਤਾਂ ਪੋਸਟਮਾਰਟਮ ਵਗੈਰਾ ਤੋਂ ਬਾਅਦ ਹੀ ਅਸੀਂ ਤੁਹਾਨੂੰ ਪ੍ਰੋਪਰ ਕਲੀਅਰ ਕਰ ਸਕਾਂਗੇ। ਉਹ ਤਾਂ ਜੋ ਸਾਹਮਣੇ ਦਿਖ ਰਿਹਾ ਉਹ ਦੱਸ ਰਿਹਾ ਮੈਂ ਤੁਹਾਨੂੰ। ਜਿਹੜਾ ਪੁਲਿਸ ਦਾ ਫਿਜ਼ੀਕਲ ਐਗਜ਼ਾਮੀਨੇਸ਼ਨ ਹੁੰਦਾ ਉਹਦੇ ਮੁਤਾਬਿਕ ਕੀ ਸਟੇਟਸ ਮਿਲਿਆ ਤੁਹਾਨੂੰ? ਉਹ ਹਜੇ ਵੈਰੀਫਾਈ ਕਰ ਰਹੇ ਹਾਂ ਜੀ। ਇਨਵੈਸਟੀਗੇਸ਼ਨ ਚੱਲ ਰਹੀ ਹੈ, ਹਜੇ ਕੰਕਰੀਟ ਤੁਹਾਨੂੰ ਕੁਝ ਨਹੀਂ ਕਹਿ ਸਕਦੇ। ਘਰ 'ਚ ਕੋਈ ਸਮਾਨ ਵੀ ਕੋਈ ਗਾਇਬ ਹੋਇਆ? ਉਹ ਸਾਰਾ ਵੈਰੀਫਾਈ ਕਰ ਰਹੇ ਹਾਂ ਜੀ। ਘਟਨਾਕ੍ਰਮ ਨੂੰ ਸ਼ੁਰੂਆਤੀ ਜਾਂਚ ਕਿਸ ਤਰ੍ਹਾਂ ਦੀ ਲੱਗਦੀ ਹੈ? ਕੋਈ ਲੁੱਟ ਦਾ ਮਾਮਲਾ ਜਾਂ ਰੰਜਿਸ਼ ਦਾ ਜੀ? ਇਹ ਕੁਝ ਨਹੀਂ ਕਹਿ ਸਕਦੇ ਜੀ। ਇਟ ਇਜ਼ ਟੂ अर्ਲੀ ਟੂ ਸੇ ਐਨੀਥਿੰਗ। ਮਤਲਬ ਇਹ ਅਸੀਂ ਅਜੇ ਕਲੀਅਰ ਕਰਾਂਗੇ, ਉਸ ਤੋਂ ਬਾਅਦ ਹੀ ਕਹਿ ਸਕਾਂਗੇ। ਕੋਈ ਸਸਪੈਕਟ ਕਲੀਅਰ ਹੋਇਆ? ਕੋਈ ਕਿਸੇ ਤਰ੍ਹਾਂ ਦਾ ਵੀ ਕੌਣ ਹੋ ਸਕਦਾ? ਉਹ ਸਾਰੇ ਐਂਗਲਸ ਅਜੇ ਕਲੀਅਰ ਕਰ ਰਹੇ ਕਿਉਂਕਿ ਹਜੇ ਸਾਨੂੰ, ਅਸੀਂ ਵੀ ਹੁਣੇ ਆਏ ਹਾਂ, ਹਜੇ ਇਟ ਵਿਲ ਟੇਕ ਸਮ ਅਮਾਉਂਟ ਆਫ ਟਾਈਮ। ਉਸ ਤੋਂ ਬਾਅਦ ਹੀ ਅਸੀਂ ਕੁਝ ਕੰਕਰੀਟ ਕਹਿ ਸਕਾਂਗੇ ਜੀ। ਇਹ ਘਟਨਾ ਕਿਸ ਵੇਲੇ ਦੀ ਹੈ ਜੀ? ਪਰਿਵਾਰਕ ਮੈਂਬਰ ਹੈ ਸੀ ਘਰੇ ਜਾਂ ਨਹੀਂ? ਜੋ ਪਰਿਵਾਰਕ ਮੈਂਬਰ ਕਹਿ ਰਹੇ ਨੇ ਜੀ, ਉਹਨਾਂ ਦੇ ਅਕੋਰਡਿੰਗਲੀ ਤਾਂ ਇਹ ਜਿਹੜੀ ਹੈਗੀ ਹੈ 10 ਵਜੇ ਤੋਂ ਬਾਅਦ ਦੀ ਘਟਨਾ ਹੈ। ਬਾਕੀ ਜੋ ਹੈਗਾ ਉਹ ਅਸੀਂ ਵੈਰੀਫਾਈ ਕਰਾਂਗੇ। ਫੌਜ ਵਿੱਚ ਭਰਤੀ ਨੂੰ ਲੈ ਕੇ ਪਿਛਲੇ ਕਰੀਬ 1 ਸਾਲ ਤੋਂ ਹੋ ਰਹੇ ਹਨ ਖੱਜਲ ਖੁਆਰ। ਨੌਜਵਾਨਾਂ ਨੇ ਫਿਰੋਜ਼ਪੁਰ ਦੇ DC ਦਫ਼ਤਰ ਦੇ ਬਾਹਰ ਧਰਨਾ ਦਿੰਦਿਆਂ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨਾ ਦੇ ਰਹੇ ਨੌਜਵਾਨਾਂ ਨੇ ਕਿਹਾ ਕਿ ਉਹ ਫੌਜ ਲਈ ਸਾਰੇ ਟ੍ਰਾਇਲ ਪਾਸ ਕਰ ਚੁੱਕੇ ਹਨ ਪਰ ਉਹਨਾਂ ਦਾ ਭਰਤੀ ਲਈ ਪੇਪਰ ਨਹੀਂ ਲਿਆ ਜਾ ਰਿਹਾ। ਉਹਨਾਂ ਕਿਹਾ ਕਿ ਪਿਛਲੇ 1 ਸਾਲ ਤੋਂ ਫੌਜ ਭਰਤੀ ਲਈ ਪੇਪਰ ਨਾ ਹੋਣ ਕਰਕੇ ਕਈ ਨੌਜਵਾਨਾਂ ਦੀ ਉਮਰ ਵੀ ਲੰਘ ਚੁੱਕੀ ਹੈ ਤੇ ਇਸ ਸੰਬੰਧੀ ਉਹ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਮੰਗ ਪੱਤਰ ਦੇ ਚੁੱਕੇ ਹਨ ਪਰ ਕਿਸੇ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ। ਇਹ ਸਾਡਾ ਆਰਮੀ ਦਾ ਪੇਪਰ ਨਹੀਂ ਲਿਆ ਜਾ ਰਿਹਾ, ਸਾਲ ਹੋ ਗਿਆ ਜੀ। ਡੇਟ ਅੱਗੇ ਦੀ ਅੱਗੇ ਕਰੀ ਜਾ ਰਹੇ ਆ, ਕੋਈ ਪੱਕੀ ਡੇਟ ਨਹੀਂ ਦੇ ਰਹੇ। ਮੇਨ ਮੰਗਾ ਸਾਡੀਆਂ ਇਹੋ ਹੀ ਹੈ ਜੀ ਕਿ ਜਿਹੜੇ ਮੁੰਡੇ ਓਵਰ ਏਜ ਹੋ ਗਏ ਆ ਹੁਣ, ਤਾਂ ਕਰਕੇ ਅਸੀਂ ਸੜਕਾਂ ਤੇ ਆਏ ਆ ਕਿ ਸਾਨੂੰ ਕੋਈ ਪੱਕੀ ਤਰੀਕ ਦੇਵੇ, ਕਿ ਕੋਈ 2 ਮਹੀਨੇ ਕਹਿ ਦੇਣ, 3 ਕਹਿ ਦੇਣ, ਕੋਈ ਪੱਕੀ ਤਰੀਕ ਦੇਣ। ਕਿਉਂਕਿ ਮਹੀਨਾ ਕਹਿ ਕੇ ਫਿਰ ਅੱਗੇ ਕਰ ਦਿੰਦੇ ਆ, ਇਸ ਕਰਕੇ ਖੱਜਲ ਹੋ ਰਹੇ ਜੀ, ਸਾਰੇ ਖਰਾਬ ਹੋ ਰਹੇ ਜੀ। ਸਰ ਸਾਡਾ ਪੇਪਰ ਨਹੀਂ ਲਿਆ ਜਾ ਰਿਹਾ। ਅਸੀਂ ਪਿਛਲੇ ਸਾਲ ਅਸੀਂ ਟ੍ਰਾਇਲ ਕੱਢਿਆ ਸੀਗਾ, ਮੈਡੀਕਲ ਫਿੱਟ ਆ, RCA ਸਾਡੇ ਕੋਲ ਨੇ, ਸਾਡਾ ਪੇਪਰ ਕਿਉਂ ਨਹੀਂ ਲਿਆ ਜਾ ਰਿਹਾ? ਅਸੀਂ ਪਹਿਲਾਂ ਵੀ ਇੱਥੇ ਮੰਗ ਪੱਤਰ ਜਾਰੀ ਕਰ ਚੁੱਕੇ ਹਾਂ। ਇਹ ਸਾਨੂੰ ਇਹ ਨਹੀਂ ਪਤਾ ਚੱਲ ਰਿਹਾ ਇਹ ਮੰਗ ਪੱਤਰ ਅੱਗੇ ਜਾ ਰਿਹਾ ਜਾਂ ਨਹੀਂ ਜਾ ਰਿਹਾ। ਸਾਡੀ ਪ੍ਰਸ਼ਾਸਨ ਵੱਲੋਂ ਇੱਕੋ ਮੰਗ ਹੈ ਵੀ ਸਾਡਾ ਜਲਦੀ ਤੋਂ ਜਲਦੀ ਪੇਪਰ ਲਿਆ ਜਾਵੇ। ਸਾਡਾ ਪੇਪਰ ਕਿਉਂ ਨਹੀਂ ਹੋ ਰਿਹਾ? ਜਦੋਂ ਇਹਨਾਂ ਨੇ ਰੈਲੀਆਂ ਕੀਤੀਆਂ ਉਦੋਂ ਕਰੋਨਾ ਕਿੱਧਰ ਚਲ ਗਿਆ ਸੀ? ਸਕੂਲ ਖੋਲੀ ਰੱਖੇ ਉਦੋਂ ਕਰੋਨਾ ਕਿੱਧਰ ਚਲ ਗਿਆ ਸੀ? ਐਡੇ ਵੱਡੇ ਮਾਲ, ਕਾਲਜ, ਸਕੂਲ ਸਭ ਕੁਝ ਖੁੱਲਿਆ ਰਿਹਾ, ਉਦੋਂ ਸਾਡਾ ਪੇਪਰ ਦੀ ਤਰੀਕ ਦਿੱਤੀ, ਗਾਂ ਕਿਉਂ ਕੀਤੀ ਗਈ? ਸਾਡਾ ਉਦੋਂ ਪੇਪਰ ਕਿਉਂ ਨਹੀਂ ਲਿਆ ਗਿਆ? ਸਾਨੂੰ ਇਹ ਦੱਸਿਆ ਜਾਵੇ ਵੀ ਸਾਡਾ ਪੇਪਰ ਕਿਉਂ ਨਹੀਂ ਹੋ ਰਿਹਾ। ਸਾਡੀ ਪ੍ਰਸ਼ਾਸਨ ਵੱਲੋਂ ਇੱਕੋ ਇੱਕ ਮੰਗ ਹੈ ਵੀ ਸਾਡੇ ਜਲਦੀ ਤੋਂ ਜਲਦੀ ਪੇਪਰ ਲਿਆ ਜਾਵੇ। ਹਾਂਜੀ ਸਰ, ਇਹ ਵੇਖਣਾ ਚਾਹੁੰਦੇ ਆ ਕਿ ਦੇਖੋ 1 ਸਾਲ ਹੋ ਗਿਆ, ਠੀਕ ਹੈ, ਭਰਤੀ ਆਏ ਨੂੰ। 1 ਸਾਲ ਦੇ ਵਿੱਚ ਕਈ ਇੱਥੇ ਬੱਚਿਆਂ ਦੀ ਪਹਿਲੀ ਭਰਤੀ ਸੀ, ਕਈਆਂ ਦੀ ਦੂਜੀ ਭਰਤੀ ਸੀ, ਠੀਕ ਹੈ, ਕਈਆਂ ਦੇ ਕੋਲ ਆਖਰੀ ਮੌਕਾ ਸੀ। 1 ਸਾਲ ਦੇ ਵਿੱਚ ਕਈ ਓਵਰਏਜ ਹੋ ਗਏ ਨੇ, ਹੱਦ ਤੋਂ ਜ਼ਿਆਦਾ ਇੱਥੇ ਬੱਚੇ ਨਾਲ ਓਵਰਏਜ ਹੋ ਗਿਆ। ਮੇਰੀ ਪਹਿਲੀ ਭਰਤੀ ਸੀ ਮੇਰੀ ਆਲ ਮਹੀਨੇ ਦੀ ਲਾਸਟ ਭਰਤੀ ਆ। ਜੇ ਹੁਣ ਭਰਤੀ ਆ ਜੇ ਠੀਕ ਆ, ਜੇ ਨਾ ਆਵੇ ਤੇ ਜੇ ਪੇਪਰ ਇਹਨਾਂ ਦਾ ਬਾਈ ਚਾਂਸ ਜੇ ਕੋਈ ਕਿਸੇ ਅਭੀ ਨਬੀ ਕਰਕੇ ਕੈਂਸਲ ਹੋ ਜੇ, ਅਸੀਂ ਤਾਂ ਫਿਰ ਹੋ ਗਏ ਬੇਘਰ, ਠੀਕ ਹੈ ਨਾ। ਸਾਡਾ ਇੱਕ ਹਿਸਾਬ ਦਾ ਘਰੋਂ ਵੀ ਜੇ ਅਕਸਰ ਮਾੜੇ ਆ, ਠੀਕ ਹੈ, ਗਰੀਬ ਬੰਦੇ ਆ, ਤਾਂ ਹੀ ਭਰਤੀ ਵੱਲ ਜਾਂਦੇ ਆ, ਠੀਕ ਹੈ, ਤੇ ਕੋਈ ਆਸਰਾ ਹੋਊਗਾ। ਪਰ ਵੇਖੋ ਇਹ ਕੀ ਕਰ ਰਹੇ ਸਰਕਾਰ ਦੀਆਂ ਗੰਦੀਆਂ ਨੀਤੀਆਂ। 1 ਸਾਲ ਹੋ ਗਿਆ ਪੇਪਰ ਨੂੰ, ਜਦ ਕਿ ਪੇਪਰ ਨਾ ਜਦੋਂ ਟ੍ਰਾਇਲ ਹੁੰਦਾ 1 ਮਹੀਨੇ ਦੇ ਬਾਅਦ ਹੀ ਹੋ ਜਾਂਦਾ, ਠੀਕ ਹੈ। ਮਈ ਦਾ ਮਹੀਨਾ ਸੀਗਾ ਜਦੋਂ ਮੈਨੂੰ ਚੇਤਾ, ਆਈ ਥਿੰਕ 30 ਮਈ ਦਾ ਪੇਪਰ ਸੀਗਾ
ਠੀਕ ਹੈ। 30 ਮਈ ਤੋਂ ਬਾਅਦ ਅੱਜ ਫਿਰ 1 ਸਾਲ ਨਵਾਂ ਸਾਲ ਚੜ ਗਿਆ, ਠੀਕ ਹੈ। 1 ਸਾਲ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ, ਕੋਈ ਸਰਕਾਰ ਦੀ ਦੱਸ ਦਿਓ ਕੋਈ ਸਾਡੇ ਰੋਕ ਟੋਕ ਹੋ ਰਹੀ ਹੈ, ਸਰਕਾਰ ਦੇ ਕੰਮਾਂ 'ਚ ਕੋਈ ਰੋਕ ਟੋਕ ਹੋ ਰਹੀ ਹੋਵੇ, ਠੀਕ ਹੈ। ਚੋਣਾਂ ਦੇ ਵਿੱਚ ਉਵੇਂ ਚੱਲ ਰਹੀਆਂ ਨੇ, ਠੀਕ ਹੈ। ਇਹ ਸਭ ਡਰਾਮੇ ਨੇ ਕਿ ਸਰਕਾਰ ਕਰੋਨਾ ਕਰਕੇ ਸਾਡਾ ਪੇਪਰ ਪੋਸਟਪੋਨ ਕਰ ਰਹੀ ਹੈ। ਕੋਈ ਖਬਰ ਹੈਗੀ ਆ ਕਿਸੇ ਵੀ ਤਰ੍ਹਾਂ ਦੀ? ਬਸ ਸਰਕਾਰ ਸਾਨੂੰ ਇਹ ਚਾਹੁੰਦੀ ਹੈ ਕਿ ਇਹ ਜਿਹੜੇ ਬੱਚੇ ਨੇ ਇਹਨਾਂ ਨੂੰ ਇਹ ਕਿਸੇ ਨਾ ਕਿਸੇ ਬਹਾਨੇ ਕਰਕੇ ਕੀਤਾ ਜਾਵੇ, ਅਤੇ 2 ਤੋਂ 3 ਸਾਲ ਹੋ ਚੁੱਕੇ ਨੇ ਭਰਤੀ ਦੇ ਵਿੱਚ, ਠੀਕ ਹੈ। ਨਹੀਂ ਤਾਂ ਸਰ 1 ਸਾਲ ਦੇ ਵਿੱਚ ਕਿਤੇ 2 ਭਰਤੀਆਂ ਆਉਂਦੀਆਂ ਸੀ। ਇਹ ਕਦੋਂ ਦਾ ਹੋ ਰਿਹਾ? ਜਦੋਂ ਦੀ ਆ ਨਵੀਂ ਸਰਕਾਰ ਆਈ, ਠੀਕ ਹੈ। ਮੋਦੀ ਸਰਕਾਰ ਜਦੋਂ ਦੀ ਆਈ ਉਦੋਂ ਦੀਆਂ ਭਰਤੀਆਂ ਸਾਰੀਆਂ ਬੰਦ ਕਰਤੀਆਂ ਇਹਨਾਂ। ਪਹਿਲਾਂ 1 ਸਾਲ ਦੇ ਵਿੱਚ ਇੱਕ ਆਈ, ਉਸ ਤੋਂ ਪਹਿਲਾਂ 1 ਸਾਲ ਦੇ ਵਿੱਚ 2 3 ਓਪਨ ਰੈਲੀਆਂ ਵੀ ਹੁੰਦੀਆਂ ਸੀ, ਤੇ ਹੁਣ ਵੇਖੋ 1 ਸਾਲ ਦੇ ਵਿੱਚ 3 ਸਾਲ ਦੇ ਵਿੱਚ। ਅੱਜ ਲੁਧਿਆਣਾ ਦੇ ਬੱਸ ਸਟੈਂਡ ਵਿਖੇ ਪੰਜਾਬ ਰੋਡ ਵਿੱਚ ਪਨਬਸ PRTC ਕੰਟਰੈਕਟ ਵਰਕਰਸ ਯੂਨੀਅਨ ਪੰਜਾਬ ਦੇ ਵੱਲੋਂ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਰੋਡ ਵਿੱਚ ਪਨਬਸ ਅਤੇ PRTC ਦੇ ਵਰਕਰਾਂ ਨੇ ਕਿਹਾ ਕਿ ਜਲਦੀ ਪੰਜਾਬ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ ਅਤੇ ਜੋ ਪੰਜਾਬ ਵਿੱਚ ਨਵੀਆਂ ਬੱਸਾਂ ਪਾਈਆਂ ਹਨ ਉਹਨਾਂ ਦੇ ਆਧਾਰ ਤੇ ਨਵੀਆਂ ਭਰਤੀਆਂ ਵੀ ਕਰਨ। ਉਹਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਜੋ ਕੱਚੇ ਮੁਲਾਜ਼ਮ ਕੰਮ ਕਰ ਰਹੇ ਹਨ ਕਿਤੇ ਨਾ ਕਿਤੇ ਉਹਨਾਂ ਦਾ ਸ਼ੋਸ਼ਣ ਵੀ ਕੀਤਾ ਜਾ ਰਿਹਾ ਤੇ ਟਰਾਂਸਪੋਰਟ ਵਿਭਾਗ ਦੇ ਮੰਤਰੀਆਂ ਦੇ ਵੱਲੋਂ ਆਪਣੇ ਚਹੇਤਿਆਂ ਨੂੰ ਹੀ ਪੱਕਾ ਕੀਤਾ ਜਾ ਰਿਹਾ ਹੈ। ਕਾਰਨ ਕੀ ਹੈਗਾ ਅੱਜ ਦੀ ਪ੍ਰੈਸ ਕਾਨਫਰੰਸ ਕਰਨ ਦਾ? ਸਾਡਾ ਮੁੱਖ ਕਾਰਨ ਹੈ ਕਿਉਂਕਿ ਸਰਕਾਰ ਨੇ ਪਿਛਲੇ ਸਮੇਂ 'ਚ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵਾਅਦੇ ਕੀਤੇ ਸੀਗੇ, ਵੱਡੇ ਬੋਰਡ ਲਾਤੇ ਸੀ ਚੌਂਕਾਂ ਤੇ ਮੋੜਾਂ ਤੇ, ਪਰ ਉਹਦੇ 'ਚੋਂ ਇੱਕ ਵੀ ਮੁਲਾਜ਼ਮ ਕਿਸੇ ਵੀ ਵਿਭਾਗ ਦਾ ਪੱਕਾ ਨਹੀਂ ਹੋਇਆ। ਖਾਸ ਕਰਕੇ ਗੱਲ ਕਰੀਏ ਟਰਾਂਸਪੋਰਟ ਵਿਭਾਗ ਦੀ, ਕਿਉਂਕਿ ਇਹ ਸਰਕਾਰ ਦੀ ਰੀੜ੍ਹ ਦੀ ਹੱਡੀ ਆ ਤੇ ਕਮਾਊ ਪੁੱਤ ਆ ਜਿਹੜਾ ਅਨੇਕਾਂ ਮਹਿਕਮਿਆਂ ਨੂੰ ਇਹਦੇ 'ਚੋਂ ਬਚਤ ਹੋ ਕੇ ਤੇ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾ ਸਕਦੀਆਂ। ਪਰ ਕਿਤੇ ਨਾ ਕਿਤੇ ਸਰਕਾਰ ਟਰਾਂਸਪੋਰਟ ਮਾਫੀਆ ਨੂੰ ਹੱਦ ਨੂੰ ਵੱਧ ਫੈਲਾ ਕੇ ਤੇ ਇਸ ਵਿਭਾਗ ਨੂੰ ਖਤਮ ਕਰਨ ਜਾ ਰਹੀ ਆ, ਜਿਹਨੂੰ ਬਚਾਉਣ ਵਾਸਤੇ ਅਸੀਂ ਸਮੇਂ-ਸਮੇਂ ਤੇ ਸੰਘਰਸ਼ ਲੜਦੇ ਆ ਰਹੇ ਹਾਂ ਤੇ ਸਮੇਂ-ਸਮੇਂ ਤੇ ਸਰਕਾਰ ਕੋ ਮੰਗ ਕਰਦੇ ਆ ਰਹੇ ਹਾਂ ਕਿ ਬੱਸਾਂ ਸਰਕਾਰ ਦਾ ਬਜਟ ਰੱਖ ਕੇ ਨਵੀਆਂ ਬੱਸਾਂ ਪਾਈਆਂ ਜਾਣ ਤੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਇਸ ਵਿਭਾਗ ਨੂੰ ਬਚਾਇਆ ਜਾਵੇ। ਪਰ ਸਰਕਾਰ ਵੱਲੋਂ ਕੋਈ ਵੀ ਪਾਲਿਸੀ ਇਹੋ ਜਿਹੀ ਨਹੀਂ ਲੈ ਕੇ ਆਂਦੀ ਜਾ ਰਹੀ। ਜਿਹੜੀ ਬੱਸਾਂ ਨਵੀਆਂ ਪਾਈਆਂ ਗਈਆਂ ਸੀਗੀਆਂ ਉਹਦੇ ਤੁਹਾਡੇ ਵੱਲੋਂ ਮੰਗ ਕੀਤੀ ਗਈ 10,000 ਬੱਸਾਂ ਦਾ, ਲੇਕਿਨ 800 ਬੱਸਾਂ ਹੀ ਰਿਲੀਜ਼ ਕੀਤੀਆਂ ਗਈਆਂ, ਕੀ ਕਹੋਗੇ? ਬਿਲਕੁਲ, ਅਸੀਂ 10,000 ਬੱਸ ਦੀ ਮੰਗ ਕੀਤੀ ਸੀ। ਸਾਡੀ ਪਹਿਲੀ ਮੰਗ ਇਹ ਸੀਗੀ ਕਿਉਂਕਿ ਪਿਛਲੇ ਸਮੇਂ ਨਾਲ ਔਰਤਾਂ ਨੂੰ ਵੀ ਫ੍ਰੀ ਕੀਤਾ ਤੇ ਬੱਸਾਂ ਦੀ ਬੜੀ ਵੱਡੀ ਘਾਟ ਸੀਗੀ। ਆਬਾਦੀ ਦੇ ਹਿਸਾਬ ਨਾਲ ਘੱਟੋ ਘੱਟ 10,000 ਪਨਬਸ PRTC ਰੋਡਵੇਜ਼ ਦੇ ਵਿੱਚ ਬੱਸਾਂ ਚਾਹੀਦੀਆਂ, ਪਰ 842 ਬੱਸਾਂ ਨਵੀਆਂ ਪਾਉਣ ਦਾ ਜਿਹੜਾ ਪ੍ਰੋਸੈਸ ਸ਼ੁਰੂ ਹੋਇਆ ਉਹਦੇ 'ਚ ਵੀ ਵੱਡੀ ਜਿਹੜੀ ਘਪਲੇਬਾਜ਼ੀ ਹੋਈ ਆ, ਕਿਉਂਕਿ ਸਰਕਾਰ ਨੇ 1 ਪੈਸਾ ਵੀ ਬਜਟ ਰੱਖ ਕੇ ਬੱਸਾਂ ਨਵੀਆਂ ਨਹੀਂ ਪਾਈਆਂ। ਉਲਟਾ ਜਿਹੜੇ ਪੰਜਾਬ ਦੇ ਬੱਸ ਸਟੈਂਡ ਨੇ ਰੋਡਵੇਜ਼ ਦੇ PRTC ਦੇ ਉਹਨਾਂ ਦੇ ਲੋਨ ਲੈ ਕੇ 400 ਕਰੋੜ ਰੁਪਏ ਦਾ ਤੇ ਨਵੀਆਂ ਬੱਸਾਂ ਪਾਈਆਂ ਜਾ ਰਹੀਆਂ ਨੇ ਤੇ ਆਪਣੀ ਵਾਹ ਖੱਟੀ ਜਾ ਰਹੀ ਆ ਲੋਕਾਂ ਦੇ ਵਿੱਚ ਵੀ ਅਸੀਂ ਸਰਕਾਰ ਦੇ ਖਾਤੇ 'ਚ ਨਵੀਆਂ ਬੱਸਾਂ ਪਾਈਆਂ। ਸੋ 1 ਵੀ ਪੈਸੇ ਦਾ ਸਰਕਾਰ ਦੇ ਖਾਤੇ 'ਚੋਂ ਬਜਟ ਨਹੀਂ ਰੱਖਿਆ ਇਹਨਾਂ ਵਾਸਤੇ। ਸਰਕਾਰੀ ਬੱਸਾਂ ਦਾ ਇੱਕ ਨਿੱਜੀਕਰਨ ਲੈ ਕੇ ਕੋਈ ਗੱਲਬਾਤ ਸਾਹਮਣੇ ਆਈ ਸੀ? ਬਿਲਕੁਲ, ਇਹਦੇ ਤੇ ਜਿਵੇਂ ਬੱਸਾਂ ਪਈਆਂ ਨੇ, ਸਾਡੀ ਮੰਗ ਸੀ ਵੀ ਜੇਕਰ 10,000 ਬੱਸਾਂ ਪੈਂਦੀਆਂ ਤੇ 70,000 ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕਦਾ। ਜਿਵੇਂ 6300 6400 ਮੁਲਾਜ਼ਮ ਮੌਜੂਦਾ ਵਾ ਤੇ ਜੇਕਰ ਬੱਸਾਂ ਪੈਂਦੀਆਂ ਤੇ ਲਗਭਗ 6,000 ਤੋਂ 60,000 ਦੇ ਕਰੀਬ ਮੁਲਾਜ਼ਮਾਂ ਨੂੰ ਰੁਜ਼ਗਾਰ ਮਿਲ ਸਕਦਾ ਜੇ ਪ੍ਰੋਪਰ ਬੱਸਾਂ ਪੰਜਾਬ ਦੇ ਵਿੱਚ ਹੋਣ ਤੇ। ਪਰ ਇਹਨਾਂ ਨੇ ਜਿਹੜੀਆਂ ਬੱਸਾਂ ਪਈਆਂ ਇਹਦੇ ਵਾਸਤੇ ਮੁਲਾਜ਼ਮ ਭਰਤੀ ਕਰਨ ਵਾਸਤੇ ਵੱਖ-ਵੱਖ ਜਗ੍ਹਾ ਤੇ ਰਿਸ਼ਵਤ ਨਾਲ ਭਰਤੀ ਕਰਨੀ ਸ਼ੁਰੂ ਕਰਤੀ। ਜਿਵੇਂ ਪਿਛਲੇ ਸਮੇਂ 'ਚ ਪਟਿਆਲੇ ਭਰਤੀ ਸ਼ੁਰੂ ਕੀਤੀ ਸੀ, ਉੱਥੇ ਵੀ ਰਿਸ਼ਵਤ ਦੀ ਮੰਗ ਲੈ ਕੇ ਕਿਸੇ ਕੋਠੀ 'ਚ ਭਰਤੀ ਕੀਤੀ ਜਾਂਦੀ ਸੀ, ਜਿਹਦਾ ਅਸੀਂ ਪਰਦਾਫਾਸ਼ ਕੀਤਾ ਤੇ ਪੁਲਿਸ ਕੋਲ ਕੇਸ ਲੈ ਕੇ ਗਏ। ਉਸ ਤੋਂ ਬਾਅਦ ਇੱਥੇ ਤਰਨਤਾਰਨ ਦੇ ਪਿੰਡ ਪੱਧਰੀ ਦੇ ਵਿੱਚ ਜਿਹੜੀ ਭਰਤੀ ਆ ਉਹ ਇੱਕ ਟਾਈਲਾਂ ਦੀ ਫੈਕਟਰੀ 'ਚ ਕੀਤੀ ਜਾ ਰਹੀ ਸੀ, ਜਿੱਥੇ 1,30,000 ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ, ਜਿਹਦੀ ਵੀਡੀਓ ਵੀ ਵਾਇਰਲ ਹੋਈ ਆ ਤੇ ਜਿਹੜੀ ਠੇਕੇਦਾਰ ਰਾਹੀਂ ਜਿਹੜਾ ਸ਼ੋਸ਼ਣ ਕੀਤਾ ਜਾ ਰਿਹਾ। ਕਿਉਂਕਿ ਸਰਕਾਰ ਕਹਿੰਦੀ ਵੀ ਅਸੀਂ ਠੇਕੇ ਤੇ ਭਰਤੀ ਬੰਦ ਕਰਤੀ ਆ, ਪਰ ਨਵੇਂ ਮੁਲਾਜ਼ਮਾਂ ਨੂੰ 9100 ਰੁਪਏ ਤਨਖਾਹ ਤੇ ਵੱਡੀ ਕਰਪਸ਼ਨ ਕਰਕੇ ਭਰਤੀ ਕੀਤੀ ਜਾ ਰਹੀ ਆ। ਸੋ ਅਸੀਂ ਅੱਜ ਦੀ ਪ੍ਰੈਸ ਰਾਹੀਂ ਲੋਕਾਂ ਨੂੰ ਇਹ ਸੁਚੇਤ ਕਰਨਾ ਚਾਹੁੰਦੇ ਆ, ਕਿਉਂਕਿ ਸਾਡੇ ਨੌਜਵਾਨ ਭੈਣ ਭਰਾ ਕਾਫੀ ਬੇਰੁਜ਼ਗਾਰ ਨੇ ਜਿਹੜੀਆਂ ਨੌਕਰੀਆਂ ਦੀ ਭਾਲ ਦੇ ਵਿੱਚ ਨੇ ਤੇ ਉਹਨਾਂ ਨੂੰ ਹੁੰਦਾ ਸਾਨੂੰ ਨੌਕਰੀ ਮਿਲ ਜੇ, ਪਰ ਐਡੀ ਵੱਡੀ ਹਲਕਾ ਬਟਾਲਾ ਦੇ ਕਾਂਗਰਸੀ ਉਮੀਦਵਾਰ ਨੂੰ ਲੈ ਕੇ ਫੈਸਲਾ ਹੋਇਆ ਗੁੰਝਲਦਾਰ। ਕਾਂਗਰਸ ਹਾਈ ਕਮਾਂਡ ਨੇ ਅਜੇ ਬਟਾਲਾ ਸੀਟ ਨੂੰ ਲੈ ਕੇ ਆਪਣਾ ਉਮੀਦਵਾਰ ਐਲਾਨ ਕਰਨਾ ਬਾਕੀ ਹੈ, ਲੇਕਿਨ ਇਸ ਫੈਸਲੇ ਤੋਂ ਪਹਿਲਾਂ ਹੀ ਕਾਂਗਰਸੀਆਂ ਦੇ ਆਪਸੀ ਪੇਚ ਫਸਦੇ ਹੋਏ ਨਜ਼ਰ ਆ ਰਹੇ ਹਨ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੀ ਅਗਵਾਈ ਵਿੱਚ ਬਟਾਲਾ ਦੇ 32 ਕਾਂਗਰਸੀ ਨਗਰ ਨਿਗਮ ਕੌਂਸਲਰ, ਨਗਰ ਨਿਗਮ ਚੇਅਰਮੈਨ, ਇੰਪਰੂਵਮੈਂਟ ਚੇਅਰਮੈਨ, 80 ਪਿੰਡਾਂ ਦੇ ਸਰਪੰਚ, ਬਲਾਕ ਸੰਮਤੀ ਮੈਂਬਰ ਅਤੇ ਹੋਰ ਦਰਜਾ ਬਦਰਜਾ ਅਹੁਦੇਦਾਰ ਅਤੇ ਵਰਕਰਾਂ ਨੇ ਆਵਾਜ਼ ਉਠਾਈ ਕਿ ਬਟਾਲਾ ਤੋਂ ਅਸ਼ਵਨੀ ਸੇਖੜੀ ਦੀ ਜਗ੍ਹਾ ਤ੍ਰਿਪਤ ਰਜਿੰਦਰ ਬਾਜਵਾ ਨੂੰ ਉਮੀਦਵਾਰ ਬਣਾਇਆ ਜਾਵੇ, ਨਹੀਂ ਤਾਂ ਕਾਂਗਰਸ ਨੂੰ ਬਟਾਲਾ ਸੀਟ ਸਮੇਤ ਜ਼ਿਲ੍ਹੇ ਦੀਆਂ ਕਈ ਦੂਸਰੀਆਂ ਸੀਟਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਵੇਗਾ। ਆਓ ਇਸ ਸਾਰੇ ਮਾਮਲੇ ਤੇ ਤ੍ਰਿਪਤ ਰਜਿੰਦਰ ਬਾਜਵਾ ਦਾ ਕੀ ਕਹਿਣਾ ਹੈ, ਤੁਸੀਂ ਆਪ ਹੀ ਸੁਣੋ। ਸਾਰੇ ਕੌਂਸਲਰ ਸਰਪੰਚ ਇਕੱਠੇ ਹੋਏ ਨੇ ਤੁਹਾਡੀ ਰਿਹਾਇਸ਼ ਤੇ, ਕੀ ਸਮਝਦੇ? ਦੇਖੋ, ਮੇਰੇ ਬਟਾਲੇ ਹਲਕੇ ਦੇ ਸਾਰੇ ਕੌਂਸਲਰ, ਮੈਜੋਰਿਟੀ ਕੌਂਸਲਰ, 95% ਸਰਪੰਚ ਆਏ ਨੇ
ਇਹ ਦਬਾਅ ਬਣਾ ਰਹੇ ਨੇ ਮੇਰੇ ਵਾਸਤੇ ਵੀ ਤੁਸੀਂ ਜਾਂ ਤੁਹਾਡੇ ਪਰਿਵਾਰ 'ਚ ਕੋਈ ਜੀ ਇੱਥੇ ਬਟਾਲੇ 'ਚ ਲੜੇ। ਮੈਂ ਹਾਈ ਕਮਾਂਡ ਨੂੰ ਕਹਾਂਗਾ ਕਿ ਇਹਨਾਂ ਦੇ ਸੈਂਟੀਮੈਂਟਸ ਨੂੰ ਧਿਆਨ 'ਚ ਰੱਖਦੇ ਹੋਏ ਇਹਦੇ ਬਾਰੇ ਰੀਥਿੰਕ ਕਰਨ। ਜੇ ਨਹੀਂ ਤਾਂ ਦੇਖੋ ਸਾਡਾ ਧਿਆਨ ਤੇ ਆ ਵੀ ਪੰਜਾਬ 'ਚ ਕਾਂਗਰਸ ਸਰਕਾਰ ਕਿਵੇਂ ਬਣਨੀ ਹੈ। ਕਾਂਗਰਸ ਸਰਕਾਰ ਬਣਾਉਣ ਲਈ ਪ੍ਰੈਕਟੀਕਲ ਗਰਾਊਂਡ ਰਿਐਲਿਟੀ ਕੀ ਉਹਦੇ ਮੁਤਾਬਕ ਇਹਨਾਂ ਨੂੰ ਫੈਸਲਾ ਕਰਨਾ ਚਾਹੀਦਾ। ਇਹ ਕੋਈ 2 ਟਿਕਟਾਂ ਨਹੀਂ ਦੇਣੀਆਂ, ਸੁਪਰੀਮ ਕੋਰਟ ਦਾ ਫੈਸਲਾ ਨਹੀਂ। ਆਪਣੀ ਸੋਚ ਆ, ਹਾਈ ਕਮਾਂਡ ਦੀ ਆਪਣੀ ਸੋਚ ਆ ਜਿਹੜੀ ਕਿਸੇ ਵੇਲੇ ਬਦਲ ਜਾ ਸਕਦੀ ਆ। ਜਦੋਂ ਕਿ ਚੌਧਰੀ ਸੰਤੋਖ ਜੀ ਦੇ ਬੇਟੇ ਨੂੰ ਟਿਕਟ ਦਿੱਤੀ, ਉਹ ਵੀ ਇੱਕ ਪਰਿਵਾਰ 'ਚ 2 ਟਿਕਟਾਂ ਨੇ। ਉਹਨਾਂ ਦੇ ਪਰਿਵਾਰ ਨੂੰ ਭਰਾ ਨੂੰ ਕਰਤਾਰਪੁਰ ਟਿਕਟ ਦਿੱਤੀ ਆ, ਉਹ ਵੀ ਇੱਕ ਪਰਿਵਾਰ 'ਚ ਨੇ। 3 ਟਿਕਟਾਂ ਇੱਕ ਪਰਿਵਾਰ 'ਚ ਚਲੇ ਗਈਆਂ ਨੇ। ਡਾਕਟਰ ਅਮਰ ਸਿੰਘ ਹੋਰਾਂ ਦੇ ਬੇਟੇ ਨੂੰ ਟਿਕਟ ਦਿੱਤੀ, ਉਹ ਵੀ ਇੱਕ ਪਰਿਵਾਰ 'ਚ ਆ। ਤੇ ਫਿਰ ਸਾਡੇ ਬਾਰੇ ਕਿਉਂ ਐਸਸੀ ਵੀਰਾਂ ਲਈ ਤਾਂ ਕੋਈ ਫਾਰਮੂਲਾ ਨਹੀਂ, ਐਸਸੀ ਵੀਰਾਂ ਦੇ ਕੋਈ ਫਾਰਮੂਲਾ ਨਹੀਂ, ਫਿਰ ਸਾਡੇ ਬਾਰੇ ਕਿਉਂ ਫਾਰਮੂਲਾ ਬਣਾਇਆ ਜਾ ਰਿਹਾ? ਅਸੀਂ ਚਾਹੁੰਦੇ ਹਾਂ ਵੀ ਕਾਂਗਰਸ ਦੀ ਸਰਕਾਰ ਬਣਨੀ ਚਾਹੀਦੀ ਹੈ ਪੰਜਾਬ 'ਚ। ਸੰਜੀਵ ਸ਼ਰਮਾ, ਮੈਂ ਕਾਉਂਸਲਰ ਹਾਂ। ਅੱਜ ਇੱਥੇ ਆਏ, ਅੱਜ ਅਸੀਂ ਸਾਰੇ ਵੀਰ ਜੀ ਇਕੱਠੇ ਇਸ ਕਰਕੇ ਹੋਏ ਹਾਂ ਵੀ ਅਸੀਂ ਚਾਹੁੰਦੇ ਹਾਂ ਵੀ ਬਟਾਲੇ ਦੇ ਵਿੱਚ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇਲੈਕਸ਼ਨ ਲੜਨ। ਅਸੀਂ ਨਹੀਂ ਚਾਹੁੰਦੇ, ਲੋਕ ਚਾਹੁੰਦੇ। ਪਾਰਟੀ ਹਾਈ ਕਮਾਂਡ ਨੇ 5 ਵਾਰੀ ਸਰਵੇ ਕੀਤਾ ਔਰ 5 ਵਾਰੀ ਸਰਵੇ ਦੇ ਵਿੱਚ ਨੰਬਰ 1 ਤੇ ਬਾਜਵਾ ਸਾਹਿਬ ਆਏ। ਅਗਰ ਪਾਰਟੀ ਹਾਈ ਕਮਾਂਡ ਸਰਵੇ ਦੇ ਮੁਤਾਬਕ ਟਿਕਟਾਂ ਦੇ ਰਹੀ ਆ ਤੇ ਫਿਰ ਬਾਜਵਾ ਸਾਹਿਬ ਨੂੰ ਟਿਕਟ ਕਿਉਂ ਨਹੀਂ ਦਿੱਤੀ ਜਾ ਰਹੀ? ਦੂਜੇ ਨੰਬਰ ਤੇ ਮੈਂ ਇਹ ਗੱਲ ਕਰ ਰਿਹਾ ਵੀ ਅਸੀਂ ਸਾਰੇ ਕਾਉਂਸਲਰ, ਪੰਚ, ਸਰਪੰਚ ਸਾਰੇ ਇਕੱਠੇ ਹੋ ਕੇ ਇਹ ਗੱਲ ਦੀ ਹਾਈ ਕਮਾਂਡ ਡਿਮਾਂਡ ਕਰਦੇ ਆ ਵੀ ਇਹ ਗੱਲ ਦਿੱਲੀ ਵਾਲਾ ਸਾਡੇ ਤੇ ਹੁਕਮ ਥੋਪਿਆ ਨਾ ਜਾਏ। ਸਰਵੇ ਵੇਖੇ, ਅਸੀਂ ਲੀਡਰ ਨਹੀਂ ਕਹਿੰਦੇ। ਸਰਵੇ ਦੇ ਜਿਹੜੇ ਬੜੇ ਸੀਕ੍ਰੇਟ ਹੁੰਦੇ ਆ, ਤੁਹਾਨੂੰ ਕਿਦਾਂ ਸਰਵੇ ਦਾ ਪਤਾ? ਸਰ ਸਰਵੇ ਮੈਂ ਗੱਲ ਕਰਨਾ, ਸਰਵੇ ਸੀਕ੍ਰੇਟ ਕੋਈ ਨਹੀਂ ਹੁੰਦੇ। ਸਰਵੇ ਲੋਕੀ ਤੁਸੀਂ ਆਪ ਪਤਾ ਕਰਕੇ ਵੇਖ ਲਓ ਲੋਕ ਕੀ ਕਹਿਣਗੇ। ਲੋਕਾਂ ਦਾ ਸਰਵਾ ਹਰ ਬੰਦੇ ਨੂੰ ਪਤਾ ਹੁੰਦਾ। ਅਸੀਂ ਚਾਹੁੰਦੇ ਹਾਂ ਵੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਾਹਿਬ ਬਟਾਲੇ ਇਲੈਕਸ਼ਨ ਲੜਨ। ਮੈਂ ਕਿਹਾ ਜੀ ਫਤਿਹਗੜ੍ਹ ਹੀ ਦੇਤੀ ਹੈ, ਫਤਿਹਗੜ੍ਹ ਉਹਨਾਂ ਦੇ ਬੇਟੇ ਨੂੰ ਦੇ ਦੇਣ। ਉਹਨਾਂ ਸਰਵੇ ਦੇ ਵਿੱਚ ਉਹ ਵੀ ਜਿੱਤਦੇ ਉੱਥੋਂ। ਨਹੀਂ ਦਿੰਦੇ ਵਾਲੀ ਗੱਲ ਵੱਖਰੀ ਆ, ਇਹ ਹਜੇ ਨਹੀਂ ਦੇਣ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਹਜੇ ਬਹੁਤ ਕੁਝ ਹੋ ਸਕਦਾ ਔਰ ਅਸੀਂ ਹਾਈ ਕਮਾਂਡ ਨੂੰ ਬੇਨਤੀ ਕਰਨੇ ਆ। ਜੇ ਵਾਲੀ ਗੱਲ, ਜੇ ਬਹੁਤ ਕੁਝ ਹੋਏਗਾ ਫਿਰ ਜੇ 'ਚ। ਅੱਜ ਮੁਕਤਸਰ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦਾ ਨਾਮ ਮੁੱਖ ਮੰਤਰੀ ਦੇ ਚਿਹਰੇ ਲਈ ਐਲਾਨ ਕਰ ਦਿੱਤਾ ਹੈ। ਜਿਵੇਂ ਇਸ ਖਬਰ ਦਾ ਪਾਰਟੀ ਵਰਕਰਾਂ ਨੂੰ ਪਤਾ ਲੱਗਿਆ ਤਾਂ ਪਾਰਟੀ ਵਰਕਰਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਅਤੇ ਇੱਕ ਦੂਜੇ ਨੂੰ ਵਧਾਈਆਂ ਦੇਣ ਅਤੇ ਮੂੰਹ ਮਿੱਠਾ ਕਰਵਾਉਣ ਲਈ ਤਾਂਤਾ ਲੱਗਿਆ ਰਿਹਾ। ਕਾਂਗਰਸ ਨੇ ਫਿਰੋਜ਼ਪੁਰ ਦਿਹਾਤੀ ਤੋਂ ਆਪਣੇ ਉਮੀਦਵਾਰ ਆਸ਼ੂ ਬਾਗੜ ਦਾ ਐਲਾਨ ਕੀਤਾ ਸੀ ਤੇ ਸੀਐਮ ਚੰਨੀ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਫਿਰੋਜ਼ਪੁਰ ਦਿਹਾਤੀ ਤੋਂ ਉਹਨਾਂ ਨੂੰ ਟਿਕਟ ਦਿੱਤੀ ਜਾਵੇਗੀ, ਜਦੋਂ ਕਿ ਫਿਰੋਜ਼ਪੁਰ ਦਿਹਾਤੀ 'ਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਆਸ਼ੂ ਬੰਗੜ ਦੇ ਪੋਸਟਰਾਂ ਦੇ ਕਾਲ ਖਮਾਲ ਦਿੱਤੀ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰਕਾਸ਼ ਸਿੰਘ ਦਿਹਾਤੀ ਆਪ ਪਾਰਟੀ ਦੇ ਉਮੀਦਵਾਰ ਨੇ ਕਿਹਾ ਕਿ ਆਸ਼ੂ ਬੰਗੜ ਨੇ ਆਮ ਆਦਮੀ ਪਾਰਟੀ ਅਤੇ ਪਬਲਿਕ ਨੂੰ ਧੋਖਾ ਦਿੱਤਾ ਹੈ। ਇਹਨੂੰ ਅਲਵਿਦਾ ਕਹਿ ਗਏ ਨੇ, ਕਾਂਗਰਸ ਨੂੰ ਚਲੇ ਗਏ। ਕੀ ਕਹਿਣਾ ਇਸ ਨਾਲ? ਦੇਖੋ ਜੀ, ਪਹਿਲਾਂ ਤਾਂ ਮੈਂ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਤੁਹਾਡਾ ਸਵਾਗਤ ਕਰਦਾ ਜਿਨ੍ਹਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਹੈ। ਰਹੀ ਗੱਲ ਆਸ਼ੂ ਬੰਗੜ ਦੀ ਜੀ, ਉਹ ਤਾਂ ਵੇਖੋ ਜੀ ਵਪਾਰੀਆਂ ਵਾਲਾ ਕੰਮ ਹੈ, ਉਹਨਾਂ ਵੱਡੇ ਲੋਕਾਂ ਦਾ ਜੀ। ਵਪਾਰ ਕਰਨ ਵਾਸਤੇ ਆਉਂਦੇ ਆ ਤੇ ਵਪਾਰ ਆਦਾ ਜੇ ਪੂਰਾ ਆ ਜਾਵੇ ਤਾਂ ਠੀਕ ਹੈ, ਨਹੀਂ ਤਾਂ ਫਿਰ ਉਹ ਛੱਡ ਕੇ ਚਲੇ ਜਾਂਦੇ। ਅੱਜ ਤੁਹਾਡੇ ਸਾਹਮਣੇ ਸਾਰਾ ਜੋ ਉਹਨਾਂ ਨੇ ਆਪਣਾ ਪਾਰਟੀ ਦੇ ਨਾਲ ਬੜਾ ਗਦਾਰੀ ਕੀਤੀ ਕਰਕੇ ਸਾਰਾ ਪਾਰਟੀ ਦੇ ਵਿੱਚ ਰਿਹਾ, ਟਿਕਟ ਮੰਗੀ, ਟਿਕਟ ਵੀ ਅਨਾਉਂਸ ਹੋਣ ਦੇ ਬਾਵਜੂਦ ਐਡਾ ਵੱਡਾ ਜਿਹੜਾ ਧੋਖਾ ਦੇ ਕੇ ਜਾਣਾ, ਬੜੀ ਮੈਂ ਤਾਂ ਇਸ ਗੱਲ ਨੂੰ ਮੰਨਦਾ ਨਹੀਂ ਮੰਨਦਾ, ਜਿਹੜੀ ਬੜੀ ਉਹਨਾਂ ਨੇ ਬਹੁਤ ਧੋਖਾ ਕੀਤਾ ਹੈ ਪਬਲਿਕ ਨਾਲ ਵੀ ਔਰ ਪਾਰਟੀ ਨਾਲ ਵੀ। ਜਦਕਿ ਟਿਕਟ ਮਿਲਣ ਤੋਂ ਬਾਅਦ ਜਾਣਾ ਬੜੀ ਵੱਡੀ ਗੱਲ ਹੁੰਦੀ ਹੈ। ਕੋਈ ਤਾਂ ਟਿਕਟ ਨਾ ਮਿਲੇ ਉੱਦਾਂ ਚਲੇ ਜਾਂਦੇ ਨੇ, ਪਰ ਇਹਨੂੰ ਟਿਕਟ ਮਿਲ ਕੇ ਵੀ ਜਾਣਾ ਕਿੱਥੇ ਨਾ ਕਿੱਥੇ ਇਹ ਗਲਤ ਨਹੀਂ ਲੱਗ ਰਿਹਾ? ਵੇਖੋ ਜੀ, ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਵੀ ਇਹਨਾਂ ਲੋਕਾਂ ਨੇ ਵਪਾਰ ਕਰਨਾ ਹੁੰਦਾ ਹੈ। ਅੱਜ ਉਹਨਾਂ ਨੂੰ ਆਮ ਆਦਮੀ ਪਾਰਟੀ 'ਚ ਵਪਾਰ ਕਰਨ ਵਾਸਤੇ ਆਏ ਸੀ ਵੀ ਲੋਕਾਂ ਨੂੰ ਠੱਗਾਂਗੇ, ਠੱਗ ਕੇ ਤੇ ਮੈਂ ਐਮਐਲਏ ਬਣੂੰਗਾ, ਕੱਲ ਨੂੰ ਪੈਸੇ ਬਟੋਰੂੰਗਾ, ਪਰ ਉਹ ਕਿਤੇ ਗੱਲ ਨਹੀਂ ਬਣੀ ਹੋਣੀ ਤੇ ਅੱਜ ਉਹ ਕਾਂਗਰਸ 'ਚ ਜਾ ਕੇ ਚਲਿਆ ਗਿਆ। ਤੁਸੀਂ ਵੀ ਲਗਾਤਾਰ ਜਿਹੜੀ ਇਹ ਸੇਵਾ ਕਰ ਰਹੇ ਹੋ ਪਾਰਟੀ ਦੇ ਵਿੱਚ, ਕਿਵੇਂ ਦੇਖਦੇ ਹੋ? ਤੁਸੀਂ ਰਾਏ ਬਰਾਦਰੀ ਦੇ ਨਾਲ ਵੀ ਰੱਖਦੇ ਹੋ ਤੇ ਕਿਵੇਂ ਦੇਖਦੇ ਹੋ ਤੁਸੀਂ ਇਸ ਨੂੰ? ਦੇਖੋ ਜੀ, ਅਸੀਂ ਵੀ ਪਾਰਟੀ ਦੇ ਹੁਕਮ ਅਨੁਸਾਰ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਜਿਹੜੀ ਮੇਰੀ ਬੈਕ ਤੁਸੀਂ ਦੱਸ ਹੀ ਦਿੱਤਾ, ਪ੍ਰਕਾਸ਼ ਵੜਵਾਲ ਦੇ ਨਾਲ ਮੈਨੂੰ ਜਾਣਦੇ ਆ ਔਰ ਮੈਂ ਪੁਰਜੋਰ ਜਿਹੜੀ ਪਾਰਟੀ ਦੇ ਹੁਕਮ ਨਾਲ ਗਰੰਟੀਆਂ ਬਾਰੇ ਔਰ ਹਲਕੇ ਦੇ ਵਿੱਚ ਸੇਵਾ ਦਿਨ ਰਾਤ ਕੀਤੀ ਸੀ। ਮੈਂ ਪਹਿਲਾਂ ਵੀ ਕਈ ਵਾਰ ਚੈਨਲਾਂ ਨਾਲ ਗੱਲਬਾਤ ਕੀਤੀ ਸੀ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿਹੜਾ ਮੈਂ ਪਾਰਟੀ 'ਚ ਰਹਿ ਕੇ ਆਪਣੀ ਪਹਿਚਾਣ ਬਣਾਈ ਹੈ। ਤੇ ਪਰ ਚਲੋ ਪਾਰਟੀ ਨੂੰ ਦੇਖਿਆ, ਮੈਂ ਦਾਅਵੇਦਾਰੀ ਪੇਸ਼ ਕੀਤੀ ਸੀ, ਉਹਨਾਂ ਨੇ ਮੈਨੂੰ ਟਿਕਟ ਨਹੀਂ ਦਿੱਤੀ। ਬਾਕੀ ਜਿਹੜੇ ਵਪਾਰੀ ਲੋਕ ਸੀ ਅੱਜ ਤੁਹਾਡੇ ਸਾਹਮਣੇ ਆ ਕੀ ਹਾਲ ਹੈ। ਤੇ ਆਸ਼ੂ ਬੰਗੜ ਦਾ ਅੱਜ ਤੁਸੀਂ ਵਿਰੋਧ ਵੀ ਕਰ ਰਹੇ ਹੋ, ਕੋਈ ਪੋਸਟਰ ਵੀ ਖਰਾਬ ਕਰ ਰਹੇ ਹੋ? ਦੇਖੋ ਜੀ, ਮੈਂ ਕਾਹਦਾ ਵਿਰੋਧ ਕਰਨਾ ਜੀ, ਮੈਂ ਵੀ ਕੰਪੀਟੀਟਰ ਸੀ, ਉਹਦੇ ਵਿਰੁੱਧ 'ਚ ਜਿਹੜਾ ਉਮੀਦਵਾਰ ਦਾ ਦਾਅਵੇਦਾਰ ਸੀਗਾ ਮੈਨੂੰ ਨਹੀਂ ਮਿਲੀ। ਅੱਜ ਜਿਹੜੇ ਲੋਕ ਕਰ ਰਹੇ ਜਿਨ੍ਹਾਂ ਨੂੰ ਇਹ ਠੱਗਣ ਵਾਸਤੇ ਆਏ ਸੀਗੇ, ਉਹ ਲੋਕ ਜਿਹੜੇ ਇਹਨਾਂ ਦੇ ਪੋਸਟਰਾਂ ਦੇ ਕਾਲਕ ਮਾਰ ਰਹੇ ਆ। ਇਹ ਵੇਖੋ,
ਕਿੱਡੀ ਨਲਾਇਕੀ ਗੱਲ ਹੈ। ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਰਹਿੰਦੇ ਆ, ਅੱਜ ਤੁਸੀਂ ਵੇਖੋ ਅੱਜੋ ਹੀ ਇੱਕੋ ਦਮ ਆਮ ਆਦਮੀ ਪਾਰਟੀ ਨੂੰ ਛੱਡ ਕੇ ਤੇ ਕਾਂਗਰਸ ਦੇ ਵਿੱਚ ਜਾਣਾ। ਮੈਂ ਤਾਂ ਨਹੀਂ ਇਸ ਗੱਲ ਨੂੰ ਇਨਸਾਨੀਅਤ ਸਮਝ। ਈਡੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਇੱਕ ਰਿਸ਼ਤੇਦਾਰ ਖਿਲਾਫ ਕਾਰਵਾਈ ਕਰਦੇ ਹੋਏ ਘਰ ਵਿੱਚ ਛਾਪੇਮਾਰੀ ਕੀਤੀ ਗਈ। ਈਡੀ ਵੱਲੋਂ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਸਮੇਤ 10 ਤੋਂ 12 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਤੇ ਛਾਪੇਮਾਰੀ ਲੁਧਿਆਣਾ, ਮੋਹਾਲੀ, ਪੰਚਕੂਲਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਕੀਤੀ ਗਈ। ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਜਗ੍ਹਾ-ਜਗ੍ਹਾ ਉਮੀਦਵਾਰ ਆਪਣੇ ਦਫ਼ਤਰ ਖੋਲ ਰਹੇ ਹਨ। ਇਸੇ ਤਰ੍ਹਾਂ ਹੀ ਮਾਨਸਾ ਵਿੱਚ ਸਿੱਧੂ ਮੂਸੇਵਾਲਾ ਨੇ ਆਪਣੇ ਨਵੇਂ ਦਫ਼ਤਰ ਦਾ ਉਦਘਾਟਨ ਕਰਕੇ ਨਵੇਂ ਦਫ਼ਤਰ ਵਿੱਚ ਹਵਨ ਕਰਵਾਇਆ। ਇਸ ਮੌਕੇ ਸਿੱਧੂ ਮੂਸੇਵਾਲਾ ਸਮੇਤ ਕਈ ਵਰਕਰ ਵੀ ਸ਼ਾਮਿਲ ਸਨ। ਮੋਹਾਲੀ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਬਣਾਇਆ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਤੇ ਪਾਰਟੀ ਪੰਜਾਬ ਵਿੱਚ ਭਗਵੰਤ ਮਾਨ ਚਿਹਰਾ ਅੱਗੇ ਰੱਖ ਕੇ ਚੋਣ ਵੀ ਲੜੇਗੀ। ਜ਼ਿਕਰ ਹੈ ਕਿ ਅਰਵਿੰਦ ਕੇਜਰੀਵਾਲ ਦਾ ਇਸ ਮੌਕੇ ਕਹਿਣਾ ਸੀ ਕਿ ਇਹ ਪੰਜਾਬ ਲਈ ਇਤਿਹਾਸਕ ਦਿਨ ਹੈ। ਦੋਸਤੋ, ਇਸ ਨਾਲ ਦੀਆਂ ਖਾਸ ਖਬਰਾਂ, ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।